ਆਉਂਦੇ ਜਾਂ ਬੇਕਾਰ ਮੈਕਸ ਫੋਰਸ ਕਮਿੰਸ ISX ਵੋਲਵੋ ਮਰਸੀਡੀਜ਼ ਸਪ੍ਰਿੰਟਰ ਜਿਹੀ ਮੋਟਰ ਹੋਵੇ ਤੇਲ ਹੋਰ ओरिजिनल फिल्टर ता चेंज कराना ही आ जाओ फिर क्विक ट्रक ल्यूब ट्रक सर्विसिंग वाह भाई वाह कोई अपॉइंटमेंट नहीं ड्राइव थ्रू फैसिलिटी यूज करो 2 लोकेशंस तुसी जानते ही हो एग्जिट 268 ऑन हाईवे 401 और एग्जिट 5 ऑन QEW क्विक ट्रक ल्यूब खुश होके परतोगे मान लो 519-622-0660 519622-0660 QTL because we care Quick Truck Lube ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ ਫ੍ਰੀ ਫੈਕਸ ਸਰਵਿਸ ਫ੍ਰੀ ਟਰੱਕ ਪਾਰਕਿੰਗ ਰੋਟੀ ਠੇਕਾ ਲਾਂਡਰੀ ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066 ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ ਲਾਸਟ ਹਿਲਸ ਫੋਨ ਨੰਬਰ 661 797 2354। ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ KFC ਮੈਕਡੋਨਲਡਸ ਬੈਸਟ ਪ੍ਰਾਈਸ ਅਤੇ ਫੈਕਟਰੀ ਆਊਟਲੈਟ ਤੋਂ 2 ਮਿੰਟ ਦੀ ਡਰਾਈਵ ਤੇ ਸ਼ਾਨਦਾਰ ਰੈਜ਼ੀਡੈਂਸ਼ੀਅਲ ਏਰੀਆ ਮਾਡਲ ਟਾਊਨ ਪੁੱਚੋ ਜੋ ਬਠਿੰਡਾ ਤੋਂ ਸਿਰਫ 10 ਮਿੰਟ ਦੀ ਦੂਰੀ ਤੇ ਹੈ। ਹਰ ਤਰ੍ਹਾਂ ਦੀ ਸਹੂਲਤ ਨਾਲ ਲੈਸ ਕਲੋਨੀ ਦੇ ਵਿੱਚ ਸਾਰੇ ਡਿਵੈਲਪਮੈਂਟ ਕੰਮ ਪੂਰੇ ਹੋ ਚੁੱਕੇ ਨੇ ਤੇ ਤੁਸੀਂ ਅੱਜ ਹੀ ਰਿਹਾਇਸ਼ ਕਰ ਸਕਦੇ ਹੋ। ਮਾਡਲ ਟਾਊਨ ਪੁੱਚੋ ਵਿੱਚ ਪਲਾਟ ਲੈਣ ਲਈ ਸੰਪਰਕ ਕਰੋ 9988333600। ਇੱਥੇ ਇਨਵੈਸਟਮੈਂਟ ਕੀਤੀ ਤੁਹਾਨੂੰ ਬਹੁਤ ਵਧੀਆ ਰਿਟਰਨ ਵੀ ਦੇਵੇਗੀ। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ। ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ ਹੈ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼ ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ ਔਰ ਹਾਂ ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 4034049501 4034049501 ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਖੁੱਲੀਆਂ ਸੜਕਾਂ ਹਰਾ ਭਰਾ ਵਾਤਾਵਰਣ ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ ਸੰਪਰਕ ਕਰੋ 8556002064 ਅਤੇ 8556002071। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ, 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916-696-0634 ਜਾਂ ਜਗਰਾਜ ਬਲ 530-339-15। ਪ੍ਰਾਈਮ ਪ੍ਰੋਪਰਟੀਜ਼ ਐਂਡ ਰੀਅਲ ਸਟੇਟ ਜਿਹੜੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇੰਡਸਟਰੀਅਲ ਪਲਾਟਸ ਦੇ ਵਿੱਚ ਡੀਲ ਕਰਦੇ ਨੇ ਜੀ ਤੁਸੀਂ ਸੰਪਰਕ ਕਰ ਸਕਦੇ ਹੋ 8936000000 ਜਾਂ ਫਿਰ 8955000009 8598555409 ਦੇ ਉੱਤੇ ਕਾਲ ਕਰ ਸਕਦੇ ਹੋ। ਅਤੇ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ ਇਸ ਵਕਤ ਜੁੜੇ ਹੋਏ ਨੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ ਫਿਰ ਕਿਸਾਨ ਜਹਾਜ਼ਾਂ ਦਾ ਸਫ਼ਰ ਕਰਕੇ ਬੜੀਆਂ ਲੋਕ ਤਾਂ ਬੜੀਆਂ ਇੱਥੇ ਵੀ ਟਰੋਲ ਕਰੀ ਜਾਂਦੇ ਜੀ ਜਹਾਜ਼ੀ ਚੜ੍ਹ ਗਏ ਜੀ ਫਲਾਨਾ ਹੋ ਗਿਆ 35,000 ਬੰਦੇ ਤੇ ਖਰਚ ਕੀ ਕਰਨਗੇ। ਪਰ ਹੁਣ ਬੰਗਾਲੀਆਂ ਨੂੰ ਕੀ ਸੱਦਾ ਦੇਣ ਪਹੁੰਚੇ ਨੇ? ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਕਿੰਤੂ ਪਰੰਤੂ ਕਰਨ ਵਾਲੇ ਹੈ ਕਿਸਾਨ ਲੀਡਰ ਉਹਨਾਂ ਕੋਲ ਪੈਸੇ ਮੰਗਣ ਤਾਂ ਨਹੀਂ ਗਏ ਨਾ ਕੋਈ ਉਹਨਾਂ ਨੂੰ ਦੇ ਕੇ ਹੈ ਨਾ ਮੈਨੂੰ ਤਾਂ ਲੱਗਦਾ ਨਹੀਂ ਕੋਈ ਦੇ ਕੇ ਆਇਆ ਹੋਊਗਾ ਉਹਨਾਂ ਨੂੰ। ਜੇ ਲੋਕ ਕੋਈ ਪੈਸੇ ਭੇਜਦੇ ਵੀ ਹੈ ਮੈਨੂੰ ਅਮਰੀਕਾ ਤੋਂ ਇੱਕ ਲੜਕੇ ਦਾ ਫੋਨ ਆਇਆ ਆਪਣਾ ਲਿਸਨਰ ਹੈ ਜੀ
ਉਹਨੇ ਕਿਹਾ ਜੀ ਅਸੀਂ $22,000 ਇਕੱਤਰ ਕੀਤਾ ਸੀ ਤੇ ਅਸੀਂ ਬਲਵੀਰ ਸਿੰਘ ਰਾਜੇਵਾਲ ਤੋਂ ਲੈ ਕੇ ਰੁਦੂ ਸਿੰਘ ਮਾਨਸਾ ਤੱਕ ਸਾਰਿਆਂ ਨੂੰ ਟੈਲੀਫੋਨ ਕਰ ਕਿਹਾ ਜੀ ਕਿ ਅਸੀਂ $22,000 ਇਕੱਠਾ ਕੀਤਾ ਤੇ ਤੁਹਾਨੂੰ ਭੇਜ ਰਹੇ ਹਾਂ, ਦੱਸੋ ਜੀ। ਉਹਨਾਂ ਨੇ ਕਿਹਾ ਸਾਨੂੰ 1 ਰੁਪਈਏ ਦੀ ਲੋੜ ਨਹੀਂ, ਆਪਦਾ ਕੋਲੇ ਰੱਖੋ। ਜੇ ਤੁਸੀਂ ਭੇਜਣਾ ਸਾਡੇ ਆਹ ਬੰਦੇ ਹੈਗੇ ਆ ਜਿਹੜੇ ਪ੍ਰਬੰਧ ਦੇਖਦੇ ਆ, ਜਿਹੜੀਆਂ ਚੀਜ਼ਾਂ ਦੀ ਕਮੀ ਹੈ ਉਹ ਚੀਜ਼ਾਂ ਤੁਸੀਂ ਉੱਥੇ ਉਹਨਾਂ ਕੋਲੇ ਭੇਜ ਦਿਓ ਜੀ। ਆਪਣੇ ਬੰਦਿਆਂ ਨੂੰ ਕਹੋ ਪਿੰਡਾਂ ਦੇ ਵਿੱਚ ਜਿਹੜੇ ਤੁਹਾਡੇ ਕੰਟੈਕਟ ਹੈ, ਤੁਹਾਡੇ ਮਿਲਣ ਗਿਲਣ ਵਾਲੇ ਉਹ ਸਮਾਨ ਖਰੀਦਣ ਤੇ ਸਮਾਨ ਦੇ ਜਾਣ। ਪੈਸਾ ਉਹ ਕਿਸੇ ਤੋਂ ਮੰਗਦੇ ਨਹੀਂ। ਜੇ ਉਹ ਗਏ ਆ ਉਹ ਇੱਕ ਮਿਸ਼ਨ ਨੂੰ ਲੈ ਕੇ ਗਏ। ਸਰਕਾਰ ਨੇ 2 ਮਹੀਨਿਆਂ ਤੋਂ ਉੱਪਰ ਹੋ ਗਿਆ ਗੱਲਬਾਤ ਤੋੜੀ ਨੂੰ। ਇੱਕ ਕਾਲ ਦੀ ਦੂਰੀ ਤੇ ਹੈ ਕਿਸਾਨ, ਪ੍ਰਧਾਨ ਮੰਤਰੀ ਬਾਰ-ਬਾਰ ਕਹਿੰਦੇ ਉਹ ਕਾਲ ਬਣਿਆ ਖੜਾ, ਉਹ ਕਾਲ ਬਣਿਆ ਖੜਾ। ਉਹਨਾਂ ਲਈ ਕਾਲ ਨਹੀਂ, ਕਿਸਾਨੀ ਲਈ ਕਾਲ ਬਣਿਆ ਤੇ ਲੋਕਾਂ ਲਈ ਕਾਲ ਬਣੇ। ਉਸ ਕਾਲ ਦਾ ਮੁਕਾਬਲਾ ਕਰਨ ਵਾਸਤੇ ਐਡੀ ਉਮਰ ਦੇ ਵਿੱਚ ਉਹ ਲੋਕ ਜਿਹੜੇ ਹੈਗੇ ਕਿੰਨਾ ਸੰਘਰਸ਼ ਕਰ ਰਹੇ। ਪਰਸੋਂ ਮੀਂਹ ਪੈ ਗਿਆ, ਬੁਰਾ ਹਾਲ ਦੇਖ ਲਓ, ਬਜ਼ੁਰਗ ਉੱਥੇ ਬੈਠੇ ਆ। ਇਹ ਮੇਰੇ ਵਰਗੇ ਜਿਹੜੇ ਫੇਸਬੁੱਕ ਦੇ ਉੱਤੇ ਬੈਠੇ ਆ ਨਾ, ਫਿਰ ਇਹ ਫੇਸਬੁੱਕ ਹੀ ਕਲਾਕਾਰ ਹੈ ਜਿਹੜੇ ਉਹ ਆਪਣੀ ਕਲਾ ਦੇ ਜ਼ੋਰ ਦਿਖਾਉਂਦੇ ਜੀ। ਉਹ ਗਏ ਆ, ਉਹਨਾਂ ਨੇ ਜਾਣਾ ਔਰ ਉਹਨਾਂ ਨੇ ਆਪਣਾ ਰੰਗ ਦਿਖਾਉਣਾ ਤੇ ਰੰਗ ਉਹ ਦਿਖਾ ਰਹੇ, ਰੰਗ ਉਗੜਨਾ ਸ਼ੁਰੂ ਹੋ ਗਿਆ ਜੀ। ਜਹਾਜ਼ ਤੇ ਚੜ੍ਹ ਕੇ ਗਏ ਹੈ। ਜਦੋਂ ਉਤਰੇ ਆ ਉੱਥੇ ਹਵਾਈ ਅੱਡੇ ਤੇ, ਉਹਨਾਂ ਦਾ ਸਵਾਗਤ ਦੇਖ ਲਓ ਕਿਵੇਂ ਹੋਏ। ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਜਿਹੜੇ ਆ ਉਹਨਾਂ ਦੇ ਸਵਾਗਤ ਦੇ ਵਿੱਚ ਖੜੇ ਹੈ ਜੀ। ਗੱਡੀਆਂ 'ਚ ਜਿਨ੍ਹਾਂ 'ਚ ਉਹ ਬੈਠ ਕੇ ਜਾ ਰਹੇ ਆ, ਬੰਗਾਲੀ ਤੇ ਖਾਸ ਕਰਕੇ ਬੰਗਾਲ ਦੇ ਵਿੱਚ ਜਿਹੜਾ ਪੰਜਾਬੀ ਭਾਈਚਾਰਾ ਹੈ ਉਹ ਹੱਥ ਹਿਲਾ ਕੇ ਉਹਨਾਂ ਦਾ ਖੈਰ ਮਕਦਮ ਕਰ ਰਹੇ, ਉਹਨਾਂ ਨੂੰ ਵੈਲਕਮ ਕਰ ਰਹੇ ਜੀ। ਅੱਜ ਉਹਨਾਂ ਨੇ ਪ੍ਰੈਸ ਕਲੱਬ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਵੀ ਸੰਬੋਧਨ ਕੀਤਾ। ਇੱਕ ਜਿਹੜਾ ਹੈਗਾ ਗਾਂਧੀ ਦੇ ਬੁੱਤ ਕੋਲੇ ਰੈਲੀ ਨੂੰ ਵੀ ਸੰਬੋਧਨ, ਸ਼ਾਇਦ ਉਹ ਲੇਟ ਹੋ ਜੇ ਕਰਦੇ ਔਰ ਫਿਰ ਉਹਨਾਂ ਨੇ ਨੰਦੀਗ੍ਰਾਮ ਦੇ ਵਿੱਚ ਜਾਣਾ। 294 ਸੀਟਾਂ। ਕੱਲ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿਸਾਨ ਆਗੂਆਂ ਨੇ, ਬਲਵੀਰ ਸਿੰਘ ਰਾਜੇਵਾਲ ਤੇ ਹਰਮੀਤ ਸਿੰਘ ਕਾਦੀਆਂ ਨੇ ਜੀ, ਕਿ 294 ਗੱਡੀਆਂ ਜਿਨ੍ਹਾਂ ਦੇ ਵਿੱਚ ਕਾਲੇ ਕਾਨੂੰਨਾਂ ਨਾਲ ਰਿਲੇਟਡ ਸਾਰਾ ਲਿਟਰੇਚਰ ਹੈ ਜੀ। ਕੀ ਗੱਲਾਂ ਬਾਤਾਂ ਹੋਈਆਂ ਭਾਰਤ ਸਰਕਾਰ ਦੇ ਨਾਲ, ਉਹ ਸਾਰੇ ਤੱਥ ਉਹਦੇ ਵਿੱਚ ਪਾਏ ਹੋਏ ਜੀ। ਔਰ ਇਸ ਮੈਟਰ ਨੂੰ ਤਿਆਰ ਕਰਨ ਵਾਸਤੇ ਕਿੰਨਾ ਸਮਾਂ ਲੱਗਿਆ ਹੋਊ। ਉੱਥੇ ਪੰਜਾਬੀ ਦੀਆਂ ਚਿੱਠੀਆਂ ਤਾਂ ਪੜ੍ਹੀਆਂ ਨਹੀਂ ਜਾਣੀਆਂ, ਉੱਥੇ ਤਾਂ ਬੰਗਾਲੀ ਲਿਖਣੀ ਪੈਣੀ, ਬੰਗਲਾ 'ਚ ਲਿਖਣੀ ਪੈਣੀ ਹੈ ਤੇ ਜਾਂ ਅੰਗਰੇਜ਼ੀ 'ਚ ਲਿਖਣੀ ਪੈਣੀ ਹੈ। ਉਹਨਾਂ ਨੇ ਆਪਣੇ ਜਿਹੜੇ ਉਧਰਲੇ ਕਾਊਂਟਰ ਪਾਰਟ ਹੈ ਸ਼ਾਇਦ ਉਹਨਾਂ ਨਾਲ ਤਾਲਮੇਲ ਕੀਤਾ ਹੋਵੇ ਜੀ। ਇਹ ਸਾਰਾ ਸਮਾਨ ਲੈ ਕੇ ਗਏ 294 ਗੱਡੀਆਂ ਔਰ ਇਹਨਾਂ ਗੱਡੀਆਂ ਦੇ ਰਾਹੀਂ ਉਹਨਾਂ ਨੇ ਕੱਲੀ ਸੀਟ ਦੇ ਵਿੱਚ ਉਹ ਮਟੀਰੀਅਲ ਉੱਥੇ ਤਕਸੀਮ ਕਰਨਾ। ਪਿਕਨਿਕ ਮਨਾਉਣ ਵਾਸਤੇ ਨਹੀਂ ਗਏ। ਉਹ ਹਰ ਜਿਹੜੀ ਹੈਗੀ ਹੈ ਗੱਡੀ, ਉਸ ਗੱਡੀ ਨੇ ਉਹ ਮਟੀਰੀਅਲ ਜਿਹੜਾ ਹੈਗਾ ਇੱਕ ਨਹੀਂ 2 3 ਹਲਕਿਆਂ 'ਚ ਪ੍ਰਤੀ ਦਿਨ ਪਹੁੰਚਾਉਣੇ ਜੀ। ਉਹ ਤੋਂ ਬਾਅਦ ਫਿਰ ਅੱਗੇ ਉਹਨਾਂ ਨੇ ਜਿਹੜਾ ਹੈਗਾ ਜਾਣਾ ਕੇਰਲਾ 'ਚ, ਫਿਰ ਉਹਨਾਂ ਨੇ ਜਾਣਾ ਪੁਡੂਚੇਰੀ 'ਚ, ਫਿਰ ਉਹਨਾਂ ਨੇ ਜਾਣਾ ਅਸਾਮ 'ਚ ਔਰ ਫਿਰ ਉਹ ਜਿਹੜਾ ਕੋਈ 5ਵਾਂ ਕਿਹੜਾ ਹੈਗਾ ਤਾਮਿਲਨਾਡੂ। 5 ਸਟੇਟਾਂ ਦੇ 5 ਸਟੇਟਾਂ ਦੀਆਂ 5 ਲੈਂਗੁਏਜ ਹੈ ਜੀ। 5 ਲੈਂਗੁਏਜ ਹੈ। 5 ਲੈਂਗੁਏਜਸ ਦਾ ਕਿੰਨਾ ਜਿਹੜਾ ਹੈਗਾ ਕਿੰਨਾ ਵੱਡਾ ਕਾਰਜ ਹੈ ਇਹ। ਹੁਣ ਕਈ ਵਾਰੀ ਬੈਠ ਕੇ ਲਿਖੇ ਜੀ ਜਹਾਜ਼ਾਂ ਤੇ ਚੜੇ ਫਿਰਦੇ ਆ। ਜਹਾਜ਼ਾਂ ਤੇ ਤਾਂ ਉਦੋਂ ਵੀ ਚੜ੍ਹ ਕੇ ਆਏ ਸੀ ਜਦੋਂ ਆਮ ਆਦਮੀ ਪਾਰਟੀ ਵਾਲੇ ਸੀ, ਭੰਗੜੇ ਪਾ ਰਹੇ ਸੀ। ਇਹ ਭੰਗੜੇ ਪਾਉਣ ਵਾਲਿਆਂ ਨਾਲੋਂ, ਪਿਕਨਿਕ ਮਨਾਉਣ ਵਾਲਿਆਂ ਨਾਲੋਂ ਇਹਨਾਂ ਦਾ ਕੰਮ ਕਿਤੇ ਔਖਾ ਹੈ ਜਿਹੜਾ ਕੰਮ ਉਹ ਕਰ ਰਹੇ ਹੈ। ਮਤਲਬ ਮੇਰੇ ਖਿਆਲ ਮੁਤਾਬਕ ਦਾਨੇਵਾਲੀਆ ਸਾਹਿਬ ਸਾਡੀ ਜਿਹੜੀ ਕੌਮੀਅਤ ਜਿਹੜੀ ਹੈ, ਮੈਂ ਕੌਮੀਅਤ ਕਹੂੰਗਾ, ਕੌਮ ਦੇ ਅਰਥ ਹੋਰ ਹੁੰਦੇ, ਕੌਮੀਅਤ ਦੀ ਹੋਰ ਹੈ। ਜਿਹੜੀ ਪੰਜਾਬੀ ਕੌਮੀਅਤ ਹੈ ਨਾ ਜੀ, ਪੰਜਾਬੀ ਕੌਮੀਅਤ ਮੇਰਾ ਖਿਆਲ ਹੈ ਵੀ ਵਿਅਕਤੀਗਤ ਤੌਰ ਤੇ ਇੱਥੇ ਬਹੁਤ ਜਿਹੜੇ ਹੈਗੇ ਵੱਡੇ ਯੋਧੇ ਤੇ ਸੂਰਮੇ ਹੋਏ ਤੇ ਹੁੰਦੇ ਰਹਿਣਗੇ। ਠੀਕ ਹੈ, ਚਾਹੇ ਉਹ ਹਰੀ ਸਿੰਘ ਨਲੂਆ ਸੀ, ਚਾਹੇ ਉਹ ਸ਼ਹੀਦ ਆਜ਼ਮ ਭਗਤ ਸਿੰਘ ਸੀ, ਕਰਤਾਰ ਸਿੰਘ ਸਰਾਭਾ ਸੀ, ਉਹ ਸੁੱਖਾ ਸਿੰਘ ਤੇ ਮਤਾਬ ਸਿੰਘ ਸੀ ਜੀ। ਉਹ ਬੜੇ ਵੱਡੇ ਲੋਕ ਹੋਏ ਜਿਨ੍ਹਾਂ ਲੋਕਾਂ ਨੇ ਕਦੇ ਆਪਣੀ ਜ਼ਿੰਦਗੀ ਦੀ ਪਰਵਾਹ ਨਹੀਂ ਕੀਤੀ। ਗੁਰੂ ਸਾਹਿਬ ਨੇ ਤਾਂ ਆਪਣਾ ਸਰਬੰਸੀ ਵਾਰਤਾ, ਲੇਕਿਨ ਜਿਹੜੀ ਅਸੀਂ ਇੱਕ ਕੌਮੀਅਤ ਦੇ ਤੌਰ ਦੇ ਉੱਤੇ ਕਹਿ ਦਿੰਦੇ, ਇੱਕ ਯੂਨਿਟ ਦੇ ਤੌਰ ਦੇ ਉੱਤੇ ਮੇਰਾ ਖਿਆਲ ਹੈ ਵੀ ਜਿੰਨਾ ਅਸੀਂ ਦਗਾ ਕਰਦੇ ਹਾਂ ਨਾ ਆਪਦੇ ਨਾਲ, ਨਹੀਂ ਕੋਈ ਕਰਦਾ। ਅਸੀਂ ਵਿਦੇਸ਼ਾਂ ਦੇ ਵਿੱਚ ਗਏ ਹਾਂ, ਜਿਹੜੀਆਂ ਇੱਥੋਂ ਵਾਲੀਆਂ ਅਲਾਮਤਾਂ ਅਸੀਂ ਨਾਲ ਲੈ ਕੇ ਗਏ ਹਾਂ। ਤੁਸੀਂ ਵੀ ਗਏ ਹੋ ਤੇ ਅਸੀਂ ਵੀ ਗਏ। ਜਿਹੜੇ ਵਿਦੇਸ਼ਾਂ 'ਚ ਸਾਡੇ ਬੱਚੇ ਪੈਦਾ ਹੋਏ ਆ, ਸਾਡੇ ਭਾਈਚਾਰੇ ਦੇ, ਉਹਨਾਂ ਬੱਚਿਆਂ ਦੇ ਕਰੈਕਟਰ ਦਾ ਤੇ ਸਾਡੇ ਜਿਹੜੇ ਪੁਰਾਣਿਆਂ ਦੇ ਕਰੈਕਟਰ ਦਾ ਜ਼ਮੀਨ ਅਸਮਾਨ ਦਾ ਫਰਕ ਦੇਖੋ ਜੀ। ਜਦੋਂ ਮੈਂ ਕੈਨੇਡਾ 'ਚ ਗਿਆ ਸੀ, ਜਿਨ੍ਹਾਂ ਦਿਨਾਂ 'ਚ ਇੱਕ ਥਾਂ ਦੇ ਉੱਤੇ ਬੈਠ ਕੇ ਕਿਸੇ ਦੇ ਘਰੇ ਬੈਠੇ ਸੀ, ਸਾਰੇ ਸੱਜਣ ਮਿੱਤਰ ਇਕੱਠੇ ਹੋਏ ਸੀ। ਉੱਥੇ ਇੱਕ ਯੂਨੀਵਰਸਿਟੀ ਦੇ ਵਿੱਚ ਬੱਚਾ ਪੜ੍ਹਦਾ ਜਿਹੜਾ ਆਪਣੇ ਬਾਪ ਨੂੰ ਲੈਣ ਵਾਸਤੇ ਆਇਆ ਸੀ ਰਾਤ ਨੂੰ, ਕਿਉਂਕਿ ਰਾਤ ਨੂੰ ਬੰਦਾ ਤੁਹਾਨੂੰ ਪਤਾ ਡਰਾਈਵ ਨਹੀਂ ਕਰ ਸਕਦਾ, ਖਾਧੀ ਪੀਤੀ ਹੁੰਦੀ ਹੈ। ਉਹਨੂੰ ਮਤਲਬ ਜਿਹੜਾ ਹੈਗਾ ਉਹਦਾ ਬਾਪ ਨੇ ਦੋਸਤ ਨੂੰ ਕਿਹਾ ਕਿ ਤੂੰ ਇਹਨੂੰ ਸਮਝਾ ਦੇ ਕਿ ਇਹ ਆਪਣੀ ਮਾਂ ਨੂੰ ਜਾ ਕੇ ਇਹ ਨਾ ਦੱਸੇ ਕਿ ਮੈਂ ਡਰਿੰਕ ਦੇ ਨਾਲ ਸਿਗਰਟ ਵੀ ਪੀਤੀ ਸੀ। ਉਹਨੇ ਜਦੋਂ ਕਿਹਾ ਵੀ ਨਹੀਂ ਤੂੰ ਇਸ ਤਰ੍ਹਾਂ ਨਹੀਂ ਕਰਨਾ, ਉਹ ਕਹਿੰਦਾ ਕਿਉਂ, ਮੈਂ ਝੂਠ ਕਿਉਂ ਬੋਲਾਂ। ਅਸੀਂ ਝੂਠ ਬੋਲਣਾ ਸਿਖਾਉਂਦੇ ਆ। ਜਿਹੜਾ ਉਧਰ ਪੈਦਾ ਹੋਇਆ ਬੱਚਾ, ਜਿਹੜਾ ਉਸ ਸੋਸਾਇਟੀ ਦੇ ਵਿੱਚ ਜਿਹਦੇ ਤੇ ਉਸ ਸੋਸਾਇਟੀ ਦਾ ਰੰਗ ਚੜਿਆ ਵਾ, ਉਸ ਕਰੈਕਟਰ ਦਾ ਰੰਗ ਚੜਿਆ, ਉਹਦੇ 'ਚ ਨਹੀਂ। ਅਸੀਂ ਇਹ ਤਾਂ ਗੱਲ ਕਹਿ ਦਿੰਦੇ ਹਾਂ ਵੀ ਕੈਨੇਡਾ ਅਮਰੀਕਾ ਦੇ ਵਿੱਚ ਇੱਕ ਸਿਸਟਮ ਹੈ,
ਉਹ ਸਿਸਟਮ ਬਣਿਆ ਕਿਵੇਂ, ਉਹ ਬਣਾਇਆ ਕਿਵੇਂ, ਜਿਹੜਾ ਉਹ ਕਰੈਕਟਰ ਬਣਿਆ ਉੱਥੋਂ ਦਾ, ਉਸ ਕਰੈਕਟਰ ਨੂੰ ਕਦੇ ਅਸੀਂ ਫੋਲੋ ਕੀਤਾ ਹੈ? ਜਿਹੜੇ ਕਰ ਗਏ ਉਹ ਬਣ ਗਏ ਨਹੀਂ, ਉਹ ਬਣ ਗਏ, ਚਲੋ ਹੋਰ ਵੱਖਰੀ। ਸਾਡੇ ਤਾਂ ਇਹ ਹੈ ਕਿ ਜਿਹੜੇ ਸਾਡੇ ਬੱਚੇ ਇੱਧਰੋਂ ਜਾਂਦੇ ਹੈ, ਅਸੀਂ ਉਹਨਾਂ ਦਾ ਵਿਰੋਧ ਕਰਦੇ ਕਿ ਜੀ ਇਹ ਕਿਉਂ ਆ ਗਏ, ਤੇ ਤੁਹਾਨੂੰ ਕਿਹੜਾ ਜਿਹੜਾ ਹੈਗਾ ਹਾਰ ਪਾ ਕੇ ਲਗਾਈ ਸੀ, ਤੁਸੀਂ ਵੀ ਤਾਂ ਕਿਸੇ ਵੇਲੇ ਗਏ ਸੀ। ਉਹ ਜੇ ਉਹਨਾਂ ਤੇ ਜਾਂਦੇ ਸਾਨੂੰ ਸਾੜਾ, ਸਾਨੂੰ ਮਚੇਮਾ, ਫਿਰ ਸਾਡੇ ਬੱਚਿਆਂ ਨੂੰ ਜਿਹਨਾਂ ਨੂੰ ਕੰਮ ਦੇਣਾ ਉਹਨਾਂ ਦੀ ਫਿਰ ਵਿਕ ਜਿਹੜੀ ਲਾਹੀ ਜਾਂਦੀ ਹੈ, ਉਹ ਰਹੇ ਰੱਬ ਦਾ ਨਾਂ। ਜੋ ਸ਼ੋਸ਼ਣ ਕੀਤਾ ਜਾਂਦਾ, ਮੇਰਾ ਖਿਆਲ ਹੈ ਸਾਡੇ 'ਚ ਤੇ ਸਾਨੂੰ ਇਹੀ ਜੈਲਸੀ ਹੈ ਕਿ ਜੀ ਇੱਥੇ ਤਾਂ ਹੁਣ ਜਹਾਜ਼ਾਂ ਤੇ ਚੜੇ ਫਿਰਦੇ। ਅੱਜ ਦੇ ਜ਼ਮਾਨੇ ਦੇ ਵਿੱਚ ਮੇਰਾ ਖਿਆਲ ਹੈ ਟ੍ਰੇਨ ਨਾਲੋਂ ਜਹਾਜ਼ ਸਸਤਾ ਹੈ। ਮੈਂ ਅੱਜ ਮੇਰੇ ਕੋਲ ਇੱਕ ਸੱਜਣ ਆਇਆ ਜੀ, ਉਹ ਕਹਿੰਦਾ ਜੈਪੁਰ ਜਾਣਾ ਹੈ, ਚੰਡੀਗੜ੍ਹੋਂ ਜੈਪੁਰ ਦਾ ਕਿਰਾਇਆ ਢਿੱਲੋਂ ਸਾਹਿਬ ਪਤਾ ਕਿੰਨਾ ਜੀ? 1200 ਰੁਪਈਆ। ਠੀਕ ਹੈ। ਤੇ ਜੇ ਊਂ ਜਾਣਾ ਹੋਵੇ ਬੱਸ ਤੇ ਲੱਗ ਜੇ ਇਦੋਂ ਵੱਧ। ਹਾਂ ਤੇ ਕਾਰ ਤੇ ਤਾਂ ਸਮਝ ਲਓ ਵੀ 5-6 ਹਜ਼ਾਰ ਦਾ ਤੇਲ ਹੀ ਇੱਕ ਪਾਸੇ ਦਾ ਲੱਗ ਜੇ। ਹੁਣ ਕਰੋਨਾ ਕਰਕੇ ਫਲਾਈਟਾਂ ਬੰਦ ਹੋਈਆਂ। ਬਠਿੰਡੇ ਦੇ ਡੋਮੈਸਟਿਕ 에ਅਰਪੋਰਟ ਤੋਂ ਜਿਹੜਾ ਦਿੱਲੀ ਵਾਲਾ ਸੀ ਉਹ ਕਿੰਨਾ ਸੀ? 2000 ਤੋਂ ਘੱਟ ਸੀ। ਜੇ ਮੈਕਸਿਮਮ ਵੀ ਬਣਾ 2000 ਤੋਂ ਘੱਟ ਹੈ। 2000 ਤੋਂ ਤੁਸੀਂ ਕਿੰਨੇ ਅੱਧੇ ਘੰਟੇ 'ਚ ਉੱਥੇ ਪਹੁੰਚ ਜਾਓਗੇ। ਤੇ ਜੇ ਤੁਸੀਂ ਇੱਥੋਂ ਦੇਖੋ ਜਾ ਕੇ ਵੀ ਟ੍ਰੇਨ ਤੇ ਜਾਣਾ, ਉਹਦੀ ਬੁਕਿੰਗ ਕਰਾਉਣੀ ਹੈ, ਕਿੰਨਾ ਖਲਜਗਨ ਕਰਾਉਣਾ ਹੈ। ਜੇ ਤੁਸੀਂ ਆਪਣੀ ਗੱਡੀ ਲੈ ਕੇ ਜਾਓਗੇ ਤਾਂ ਤੁਹਾਡੀ 10,000 ਤੋਂ ਘੱਟ ਗੱਡੀ ਨਹੀਂ ਮੁੜਦੀ। ਨਾ ਨਹੀਂ ਮੁੜਦੀ। ਠੀਕ ਹੈ। ਹੁਣ ਉਹਦੇ ਤੇ ਕਿੰਤੂ ਪਰੰਤੂ ਕਰਨਾ ਵੀ ਉਹ ਜਿਹੜੇ ਬੁੱਢੇ ਉਹਨਾਂ ਦੇ ਮਤਲਬ ਜਿਹੜੇ ਹੈਗੇ ਸਰੀਰ ਹੈ, ਉਹ ਉੱਥੇ ਡਿਕਡੋਲੇ ਖਾਂਦੇ ਤੁਰੇ ਜਾਣ, ਕਿਸੇ ਨੂੰ ਕਰੋਨਾ ਹੋ ਜਾਏ, ਕਿਸੇ ਨੂੰ ਕੁਛ ਹੋ ਜਾਏ, ਗਏ ਤੇ ਕੀ ਹੈ। ਪਰ ਜਿਸ ਮਕਸਦ ਵਾਸਤੇ ਗਏ ਉਹਨਾਂ ਦਾ ਮਕਸਦ ਕੀ ਹੈ, ਜੀ ਸਾਨੂੰ ਉਹ ਮਕਸਦ ਦੇਖਣਾ ਪੈਂਦਾ ਹੈ। ਅਸੀਂ ਉਹ ਜਿਵੇਂ ਕਹਿੰਦੇ ਹੁੰਦੇ ਨਾ ਵੀ ਜਿਉਂਦਿਆਂ ਦੇ ਤਾਂ ਸਾਡੇ ਜਿਹੜੇ ਹੈਗੇ ਆ ਬਜ਼ੁਰਗਾਂ ਨੂੰ ਕੋਈ ਪੁੱਛਦਾ ਨਹੀਂ, ਤੇ ਜਦੋਂ ਫਿਰ ਦਾਹ ਸੰਸਕਾਰ ਕਰਨਾ ਹੁੰਦਾ ਚਾਹੇ ਫਿਰ ਕਹਿੰਦੇ ਮੂੰਹ 'ਚ ਘਿਓ ਵੀ ਪਾ ਦਿਓ ਵੀ ਇਹ ਖਾਂਦਾ ਪੀਂਦਾ ਮਰਿਆ। ਮਤਲਬ ਹਾਲਤ ਤਾਂ ਸਾਡੀ ਹੈ, ਅਸੀਂ ਆਪਣੇ ਸਕੇ ਬਜ਼ੁਰਗਾਂ ਨੂੰ ਨਹੀਂ ਪਛਾਣਦੇ, ਦੂਜਿਆਂ ਦਾ ਅਸੀਂ ਕੀ ਕਰਾਂਗੇ। ਮਤਲਬ ਸਾਡੀ ਗੈਰਤ ਜਿਹੜੀ ਹੈਗੀ ਹੈ, ਜੇ ਅਸੀਂ ਗੱਲ ਕਹੀਏ, ਮੇਰੀ ਇੱਕ ਸੁਣੋ, ਮਮਤਾ ਬੈਨਰਜੀ ਤੇ ਅਟੈਕ ਹੋਇਆ, ਬੰਗਾਲ ਉਬਲਣਾ ਸ਼ੁਰੂ ਹੋ ਗਿਆ, ਤੇ ਸਾਡੇ ਤਾਂ ਸਾਹਮਣੇ ਕੋਲੇ ਫੜ ਕੇ ਜਦੋਂ ਵੱਢੀ ਗਏ ਹੈ, ਉਦੋਂ ਕਹਿੰਦੇ ਸੀ ਹਾਂ ਠੀਕ ਹੈ, ਇਸੇ ਲੈ ਕੀ ਹੈ, ਸਾਡੇ ਤਾਂ ਲੈ ਕਹਿੰਦੇ ਹੁੰਦੇ ਆ ਨਾ। ਜਾਇਦਾਦ ਦੀ ਖਾਤਰ ਝਗੜਾ ਹੋ ਜੇ, ਪੁੱਤ ਪਿਓ ਨੂੰ ਕਤਲ ਕਰ ਦਿੰਦਾ ਹੈ, ਤੇ ਬਹੁਤੇ ਉੱਥੇ ਦੋ ਧੜਿਆਂ 'ਚ ਵੰਡੇ ਜਾਂਦੇ ਆ। ਲੋਕ ਕਹਿੰਦੇ ਬੁੜਾ ਖਰਾਬ ਕਰਦਾ ਸੀ, ਦੂਜੇ ਜਿਹੜੇ ਕੋਈ ਮਾੜਾ ਜਿਹਾ ਕਹਿੰਦੇ ਵੀ ਨਹੀਂ ਮਾੜੀ ਗੱਲ ਕੀਤੀ, ਫਿਰ ਉਹਦੇ ਗਲ ਪੈਂਦੇ। ਮਤਲਬ ਸਾਡਾ ਕੋਈ ਨਿਜ਼ਮ ਅਸੂਲ ਕੋਈ ਵੀ ਨਹੀਂ। ਅਸੀਂ ਤਾਂ ਦੇਖੋ ਗੱਲ ਹੈ ਵੀ ਜਿਨ੍ਹਾਂ ਗੁਰੂਆਂ ਨੇ ਇੰਨਾ ਕੁਛ ਦਿੱਤਾ ਹੋਇਆ, ਅੱਜ ਤਾਂ ਅੱਜ ਦੇ ਜ਼ਮਾਨੇ ਦੀ ਸਥਿਤੀ ਤਾਂ ਹੈ, ਜੇ ਗੁਰੂ ਨਾਨਕ ਦੇਵ ਤੇ ਗੁਰੂ ਗੋਬਿੰਦ ਸਿੰਘ ਹੋ ਜਾਣ, ਮੇਰਾ ਖਿਆਲ ਉਹਨਾਂ ਨੂੰ ਵੀ ਝੂਠੇ ਕਰਦੇ। ਨਾ ਜੀ ਨਾ, ਉਹ ਤਾਂ ਮਿੰਟ ਮਾਰ ਹੁਣ ਲੱਗੇ ਵੀ ਹੈ, ਝੂਠੇ ਕਿਉਂ ਨਹੀਂ ਲੱਗੇ ਨਹੀਂ ਹੋਏ। ਤਿੰਨ ਧੜਿਆਂ 'ਚ ਵੰਡਿਆ ਪਿਆ ਸਿੱਖ ਕੌਮ ਹੀ, ਜਿਹੜਾ ਜਿੱਧਰ ਨੂੰ ਚੱਲ ਪੈਂਦਾ ਅੱਧੇ ਉੱਧਰ ਨੂੰ ਹੋ ਜਾਂਦੇ, ਅੱਧੇ ਉੱਧਰ ਨੂੰ ਹੋ ਜਾਂਦੇ। ਕੋਈ ਟਕਸਾਲੀ ਆ, ਕੋਈ ਨੇਕੀ ਆ, ਕੋਈ ਕੋਸ ਹੈ। ਬਿਲਕੁਲ ਜਿਹੜਾ ਜਿਵੇਂ ਤੁਸੀਂ ਦੇਖੋ ਵੀ ਇਹ ਬੰਦੇ ਕੰਮ ਕਰ ਰਹੇ ਆ, ਜਿਹੜਾ ਮਕਸਦ ਲੈ ਕੇ ਗਏ, ਉਹਨਾਂ ਦੇ ਸਾਹਮਣੇ ਕਿੱਡਾ ਵੱਡਾ ਮਕਸਦ ਆ। ਭਾਰਤ ਦੀ ਹਕੂਮਤ ਨੂੰ ਵਕਤ ਪਾਇਆ ਵਾ, ਇਹ ਅੰਦੋਲਨ ਦੁਨੀਆ 'ਚ ਫੈਲਿਆ। ਇੱਥੇ ਚਾਂਗੜਾ ਮਾਰੀ ਜਾਂਦੇ, ਬਸ ਖਿੱਲਰ ਗਿਆ ਲੱਖੇ ਬਿਨਾ ਤੇ ਦੀਪ ਸਿੱਧੂ ਬਿਨਾ ਤਾਂ ਖਿੱਲਰ ਲੈ ਨਾ ਹੁਣ ਕੋਈ ਜਾਂਦਾ ਨਹੀਂ, ਕਰਦਾ ਨਹੀਂ। ਲੱਖਾਂ ਦੀਆਂ ਰੈਲੀਆਂ ਹੋ ਰਹੀਆਂ, ਕਿਵੇਂ ਹੋ ਰਹੀਆਂ? ਜਿਹੜੇ ਕਲਕੱਤੇ ਦੇ ਵਿੱਚ ਉਹਨਾਂ ਦਾ ਵੈਲਕਮ ਹੋ ਰਿਹਾ, ਉਹ ਕਿਵੇਂ ਹੋ ਰਿਹਾ, ਕਰੀ ਜਾਂਦਾ, ਕਿੱਥੋਂ ਆ ਗਏ ਉਹ ਮੱਲੋ ਮੱਲੀ ਜਿਹੜਾ ਉਹਨਾਂ ਦਾ ਮਿਸ਼ਨ ਲੈ ਕੇ ਆਪਦਾ ਉਹਨਾਂ ਦਾ ਅਲੱਗ ਮਿਸ਼ਨ ਕਰਨ। ਉਹ ਕਿਸਾਨ ਅੰਦੋਲਨ 'ਚ ਵੜਦੇ ਕਿਉਂ ਹੈ? ਉਹਨਾਂ ਦਾ ਕੀ ਮਕਸਦ? ਬੰਦੇ ਨਹੀਂ ਇਕੱਠੇ ਹੁੰਦੇ ਸੀ। ਹਾਂ ਇੱਕ ਮਿੰਟ ਬਣੀ ਜੇ ਤੁਹਾਡੇ 'ਚ ਇੰਨੀ ਜ਼ਰੂਰਤ ਹੈਗੀ ਹੈ, ਆਪਣੇ ਪਲੇਟਫਾਰਮ ਤੇ ਆਪਣੇ ਪ੍ਰੋਗਰਾਮ ਤੇ ਆਓ। ਮਤਲਬ ਦੂਜਿਆਂ ਦੇ ਪਲੇਟਫਾਰਮ ਕਿਉਂ ਖਰਾਬ ਕਰਦੇ? ਮਿਸਾਲ ਦੇ ਤੌਰ ਤੇ ਮੋਰਚਾ ਲਾਇਆ ਪੰਜਾਬ ਦੇ ਵਿੱਚ, ਮੋਰਚਾ ਗਿਆ ਦਿੱਲੀ ਨੂੰ, ਤੇ ਜਿਹੜਾ ਸ਼ੰਭੂ ਬਾਰਡਰ ਆ ਉੱਥੇ ਕਿਹਦਾ ਮੋਰਚਾ ਸੀ? ਕਿਸਾਨ ਯੂਨੀਅਨ ਦਾ ਮੋਰਚਾ ਹੀ ਨਹੀਂ ਸੀ। ਸ਼ੰਭੂ ਬਾਰਡਰ ਤੋਂ ਕਿਸ ਢੰਗ ਦੇ ਨਾਲ ਫਿਰ ਅਸੀਂ ਦਿੱਲੀ ਵੀ ਪਹੁੰਚ ਗਏ। ਫਿਰ ਆਖਿਆ ਸਾਨੂੰ ਪੁਲਿਸ ਅਫਸਰ ਲੈ ਆਏ, ਵਾਹ ਕਿਆ ਕਮਾਲ ਹੈ, ਕਿਆ ਬਾਤਾਂ। ਤੇ ਨਾਲ ਹੁਣ ਅਸੀਂ ਅਰਜ਼ੀਆਂ ਦੇਈ ਜਾਂਦੇ ਵੀ ਉਹ ਤਾਂ ਮੈਂ ਤਾਂ ਸਮਝਾਈ ਜਾਂਦਾ ਸੀ। ਨਹੀਂ ਮੈਂ ਤਾਂ ਮੌਕੇ ਤੇ ਹੀ ਨਹੀਂ ਸੀ। ਅੱਛਾ, ਉਦੋਂ ਤੇ ਕਹਿੰਦੇ ਕਿਰਪਾ, ਇਹ ਅਸਲ ਚ ਕੋਈ ਕਾਰਨਾਮਾ, ਕਿਰਪਾ, ਇਹ ਤਾਂ ਗੁਰੂ ਦੀ ਕਿਰਪਾ, ਇਹ ਤਾਂ ਹੋਣਾ ਹੀ ਸੀ। ਉਦੋਂ ਤਾਂ ਇਹ ਕਹਿ ਰਹੇ ਸੀ ਕਿ ਮੈਂ ਤਾਂ ਜੀ ਮੁਰਥਲ 12 ਵਜੇ ਤੱਕ ਪਿਆ ਰਿਹਾ ਹੋਟਲ ਦੇ ਵਿੱਚ, ਮੈਂ ਤਾਂ ਗਿਆ ਹੀ ਨਹੀਂ, ਤੇ ਦੁਨੀਆ ਨੇ ਕਿਹਨੇ ਨਹੀਂ ਦੇਖਿਆ। ਉਦੋਂ ਕਹਿੰਦੇ ਸੀ ਕੇਸਰੀ ਨਿਸ਼ਾਨ ਸਾਹਿਬ ਲਹਿਰਾਤਾ। ਲੋਕ ਕਹਿੰਦੇ ਜੀ ਇਦੋਂ ਵਧੀਆ ਤਾਂ ਗੁਰਬਾਣੀ ਦਾ ਉਚਾਰ ਨਹੀਂ ਕਰ ਸਕਦਾ। ਮੈਂ ਕਿਹਾ RSS ਵਾਲੇ ਇਦੋਂ ਵੱਧ ਟ੍ਰੇਨਿੰਗ ਦਿੰਦੇ ਆ। ਮੈਂ ਕਿਹਾ ਸਾਡੇ ਆ ਹੈਗਾ ਆਪਣਾ ਕੀ ਹੈ ਮੁੰਡਾ ਇੱਥੋਂ ਜੈਤੂ ਵਾਲਾ, ਜਿਹੜਾ ਖੇਤੀ ਵਿਰਾਸਤ ਮਿਸ਼ਨ ਵਾਲਾ, ਅਮਿੰਦਰ ਦੱਤ, ਉਹਦੇ ਨਾਲ ਕਰੋਗਾ ਗੁਰਬਾਣੀ ਤੇ ਗੱਲ। ਤੁਹਾਡੇ ਕੀ ਕਹਿੰਦੇ ਲੇਹ ਲੜੀਆਂ ਨਾ ਕਢਾ ਦੇ, ਤੁਹਾਡੀ ਇਦੋਂ ਜ਼ਿਆਦਾ ਨੌਲੇਜ ਨਹੀਂ। ਤੇ ਨਾਲੇ ਉਹ ਮੰਨਦਾ ਵੀ ਮੈਂ RSS ਦਾ ਬੰਦਾ ਮੰਨਦਾ, ਪ੍ਰਚਾਰਕ ਹੈ, ਉਹਦਾ ਉੱਪਰ ਨਹੀਂ ਮੰਨਦਾ। ਤੇ ਪਰ ਦੇਖੋ ਨਾ, ਜਦੋਂ ਕਿਸੇ ਦਾ ਗਿਆਨ ਕੰਪੈਰੀਟਿਵ ਸਟੱਡੀ ਕਰਕੇ ਆਏ ਆ ਤੁਹਾਡੇ ਧਰਮ ਦੇ ਵਿੱਚ। ਬਿਲਕੁਲ। ਤੇ ਢਿੱਲੋਂ ਸਾਹਿਬ ਤੁਸੀਂ ਗੱਲ ਛੇੜੀ ਸੀ ਮਮਤਾ ਬੈਨਰਜੀ ਦੀ ਸੱਟ ਦੀ, ਹੁਣ ਉਸ ਤੇ ਵੀ ਸਿਆਸਤ ਹੋਈ ਜਾਂਦੀ ਹੈ। ਕਹਿੰਦੇ ਜੀ ਇਹ ਤਾਂ ਜਾਣ ਕੇ ਤਿਲਕ ਗਈ, ਇਹਦੇ ਉੱਤੇ ਆਹ ਜ਼ਿੰਮੇਵਾਰੀ ਹੈ। ਕੋਈ ਕਹਿੰਦਾ ਵੀ ਇਹਨੇ ਆਪ ਕਰਾ ਲਿਆ, ਉੱਥੇ ਪੁਲਿਸ ਵਾਲੇ ਕਿੱਥੇ ਗਏ? ਮੈਂ ਹੈਰਾਨ ਹੈ ਕਿ ਉਹ ਨਾ ਉਹ ਨੇੜੇ ਦਾ ਨਾ ਤੇੜੇ ਦਾ, ਆਪਣੇ ਉਹ ਦਾੜੀ ਜੀ ਵਾਲਾ ਇੱਥੋਂ ਨਿਲ ਵਿੱਚ
ਉਹ ਵੀ ਆਪਦੇ ਬਿਆਨ ਛੱਡੀ ਜਾਂਦਾ। ਉੱਥੇ ਰਵੀਸ਼ ਕੁਮਾਰ ਕਹਿੰਦਾ ਕਿ ਕਾਂਗਰਸ ਦੇ ਸੀਨੀਅਰ ਨੇਤਾਵਾਂ ਨੇ ਵੀ ਕੋਈ ਬਾਹਲੀ ਨਿੰਦਾ ਨਹੀਂ ਕੀਤੀ ਇਸ ਗੱਲ ਦੀ, ਛੋਟਿਆਂ ਨੇ ਬੜੀ ਕੀਤੀ ਹੈ ਇਸ ਚੀਜ਼ ਦੀ। ਨਹੀਂ, ਸੀਨੀਅਰ ਨੇਤਾਵਾਂ ਦੀ, ਕਾਂਗਰਸ ਵਾਲਿਆਂ ਦੀ ਜੇ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਆਪਣਾ ਡਰੇਕ ਓਬਰਾਏ ਨੇ, ਉਹਨਾਂ ਦਾ ਪਾਰਲੀਮੈਂਟ ਦਾ ਮੈਂਬਰ ਜੀ, ਮਮਤਾ ਬੈਨਰਜੀ ਦੀ ਪਾਰਟੀ ਦਾ, ਉਸ ਬੰਦੇ ਨੇ ਸਾਰੀ ਕਰੋਨੋਲੋਜੀ ਜਿਹੜੀ ਹੈ ਸਮਝਾਤੀ। ਅੱਛਾ ਜੀ। 9 ਤਾਰੀਖ ਨੂੰ ਪਹਿਲਾਂ ਚੋਣ ਦਾ ਪ੍ਰੋਗਰਾਮ ਦਾ ਐਲਾਨ ਹੁੰਦਾ ਹੈ, ਚੋਣ ਜਾਬਤਾ ਲੱਗ ਗਿਆ। ਭਾਰਤੀ ਜਨਤਾ ਪਾਰਟੀ ਵਾਲੇ ਇੱਕ ਕੰਪਲੇਂਟ ਦਿੰਦੇ ਹੈ। ਕਿਹਦੇ ਖਿਲਾਫ ਕੰਪਲੇਂਟ ਦਿੰਦੇ ਹੈ? DGP ਦੇ ਖਿਲਾਫ। 9 ਮਾਰਚ ਨੂੰ DGP ਦੀ ਟ੍ਰਾਂਸਫਰ ਕਰ ਦਿੰਦਾ ਹੈ ਭਾਰਤੀ ਚੋਣ ਕਮਿਸ਼ਨ। 10 ਮਾਰਚ ਨੂੰ BJP ਦਾ ਇੱਕ ਪਾਰਲੀਮੈਂਟ ਮੈਂਬਰ ਇੱਕ ਪੋਸਟ ਲਿਖਦਾ ਹੈ, ਸਟੇਟਸ ਪਾਉਂਦਾ ਆਪਣੇ ਜਿਹੜਾ ਤੁਹਾਡਾ ਡਿਜੀਟਲ ਪਲੇਟਫਾਰਮ ਹੈ ਜੀ, ਉਹਦੇ ਤੇ ਉਹ ਕਹਿੰਦਾ ਸ਼ਾਮ ਨੂੰ 5 ਵਜੇ ਤੋਂ ਬਾਅਦ ਫਿਰ ਦੇਖਿਓ ਹੁੰਦਾ ਕੀ ਹੈ। 10 ਤਾਰੀਖ ਨੂੰ ਹੀ ਮਮਤਾ ਬੈਨਰਜੀ ਆਪਣੇ ਨੋਮੀਨੇਸ਼ਨ ਪੇਪਰ ਫਾਈਲ ਕਰਨ ਜਾਂਦੀ ਹੈ ਜੀ। ਮਮਤਾ ਬੈਨਰਜੀ ਨੂੰ ਖਲਨਾਇਕ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਜੀ। ਇਹ ਤਾਂ ਜੈ ਸ਼੍ਰੀ ਰਾਮ ਦੀ ਵਿਰੋਧੀ ਹੈ, ਉਹ ਨਾਰਾ ਨਹੀਂ ਲੱਗਣ ਦਿੰਦੀ। ਇਹ ਮੰਦਿਰ ਦੀ ਵਿਰੋਧੀ ਹੈ, ਇਹ ਹਿੰਦੂਤਵ ਦੀ ਵਿਰੋਧੀ ਹੈ। ਮਮਤਾ ਬੈਨਰਜੀ ਨੇ ਨਰਿੰਦਰ ਮੋਦੀ ਦੀ ਪਾਰਟੀ ਦੇ ਇਹਨਾਂ ਦੋਸ਼ਾਂ ਦਾ ਮੁਕਾਬਲਾ ਜਿਹੜਾ ਹੈਗਾ ਚੰਡੀ ਦਾ ਪਾਠ ਕਰਕੇ, ਓਪਨ ਪਾਠ ਕਰਕੇ ਉਹਨੇ ਕਿਹਾ ਕਿ ਹਾਂ ਮੈਂ ਵੀ ਕੁਛ ਹੈਗੀ ਜੀ। ਨੰਦੀਗ੍ਰਾਮ ਦੇ ਵਿੱਚ ਜੇ ਅਸੀਂ ਦੇਖੀਏ ਤਾਂ ਨੰਦੀਗ੍ਰਾਮ ਦੇ ਵਿੱਚ ਘੱਟ ਗਿਣਤੀ ਭਾਈਚਾਰੇ ਦੀਆਂ ਵੋਟਾਂ 70,000 ਦੇ ਕਰੀਬ ਹੈ। 2,15,000 ਵੋਟ ਉੱਥੇ ਜਿਹੜੀ ਹੈਗੀ ਹੈ ਹਿੰਦੂ ਭਾਈਚਾਰੇ ਦੀ ਜੀ। ਉਹ ਜਿਹੜੀਆਂ ਵੋਟਾਂ ਹਿੰਦੂ ਭਾਈਚਾਰੇ ਦੀਆਂ ਉਹ ਚਾਹੁੰਦੇ ਸੀ ਇਹਨੂੰ ਪੋਲਰਾਈਜ਼ ਕਰ ਦਈਏ, ਇਹਨੂੰ ਪੋਲਰਾਈਜ਼ ਕਰ ਦਈਏ, ਉਹਨੂੰ ਮੁਸਲਮਾਨਾਂ ਦੀ ਲੀਡਰ ਬਣਾ ਦਈਏ। ਜਦੋਂ ਮੁਸਲਮਾਨਾਂ ਦੀ ਲੀਡਰ ਉਹਨੂੰ ਅਸੀਂ ਸਾਬਤ ਕਰਨ ਦੇ ਵਿੱਚ ਕਾਮਯਾਬ ਹੋ ਗਏ ਤਾਂ ਹਿੰਦੂ ਭਾਈਚਾਰਾ ਆਟੋਮੈਟਿਕਲੀ ਉਹਦੇ ਖਿਲਾਫ ਹੋ ਜਾਊਗਾ ਔਰ ਉਹ ਵੋਟਾਂ ਜਿਹੜੀਆਂ ਹੈਗੀਆਂ ਸ਼ਿਵਿੰਦੂ ਅਧਿਕਾਰੀ ਨੂੰ ਪਾ ਦੇਣਗੇ। ਪਰ ਉਹਨੇ ਵੀ ਉਹੀ ਪੱਤਾ ਖੇਡ ਲਿਆ। ਨੋਮੀਨੇਸ਼ਨ ਪੇਪਰ ਫਾਈਲ ਕਰਨ ਤੋਂ ਬਾਅਦ ਮਮਤਾ ਬੈਨਰਜੀ ਇੱਕ ਮੰਦਿਰ 'ਚ ਜਾਂਦੀ ਹੈ। ਜਦੋਂ ਬਾਹਰ ਆਉਂਦੀ ਹੈ, ਬਾਹਰ ਆਉਣ ਦੇ ਉੱਤੇ ਉਹ ਕਹਿੰਦੀ ਮੈਨੂੰ ਧੱਕਾ ਵੱਜਦਾ, ਇਹਦਾ ਇਲਜ਼ਾਮ ਹੈ। ਥੋੜੇ ਸਮੇਂ ਬਾਅਦ ਉਹ ਦੇਖਦੀ ਹੈ ਕਿ ਮੇਰੇ ਪੈਰ ਦੇ ਉੱਤੇ ਸੋਜ ਆਉਣੀ ਸ਼ੁਰੂ ਹੋ ਗਈ। ਉਹਦੇ ਵਰਕਰ ਦੇਖਦੇ ਆ ਕਿ ਪ੍ਰਸ਼ਾਸਨਿਕ ਅਧਿਕਾਰੀ ਦੇਖਦੇ ਆ, ਨਾਲ ਦੀ ਨਾਲ ਗ੍ਰੀਨ ਜ਼ੋਨ ਦੇ ਜ਼ਰੀਏ ਉਹ ਉਹਨੂੰ ਲੈ ਜਾਂਦੇ ਆ ਕਲਕੱਤੇ। ਪਹਿਲਾਂ ਮਮਤਾ ਬੈਨਰਜੀ ਦਾ ਪ੍ਰੋਗਰਾਮ ਇਹ ਸੀ ਕਿ ਉਹ ਉੱਥੇ ਹੀ ਟਿਕੂਗੀ। ਉਹਨੇ ਨੰਦੀਗ੍ਰਾਮ ਤੋਂ ਆਉਣਾ ਨਹੀਂ ਸੀ, ਰਾਤ ਉੱਥੇ ਹੀ ਬਿਤਾਉਣੀ ਸੀ। ਚਲੋ ਉੱਥੇ ਲੈ ਗਏ। ਮੈਡੀਕਲ ਬੁਲੇਟਿਨ ਜਾਰੀ ਹੋਣ ਤੋਂ ਪਹਿਲਾਂ, ਉਹਦੀ ਖੈਰ ਮਕਦਮ ਪਤਾ ਕਰਨ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਵਾਲਿਆਂ ਦਾ ਜਿਹੜਾ ਸਭ ਤੋਂ ਵੱਡਾ ਲੀਡਰ ਹੈ, ਸਭ ਤੋਂ ਵੱਡਾ ਲੀਡਰ ਉਹ ਹੁੰਦਾ ਜਿਹਨੂੰ ਆਲ ਇੰਡੀਆ ਦੀ ਪਾਰਟੀ ਕਿਸੇ ਸਟੇਟ ਦਾ ਆਰਗੇਨਾਈਜ਼ਰ ਲਾਉਂਦੀ ਹੈ। ਉਹ ਕੈਲਾਸ਼ ਵਿਜੇ ਵਰਗੀ ਹੈ ਤੇ ਕੈਲਾਸ਼ ਵਿਜੇ ਵਰਗੀ ਹੈ ਕਹਿੰਦਾ ਦੀਦੀ ਨੇ ਤਾਂ ਡਰਾਮਾ ਕੀਤਾ ਹੈ। ਅੱਛਾ ਜੀ। ਅਧੀਰ ਰੰਜਨ ਚੌਧਰੀ ਜਿਹੜਾ ਕਾਂਗਰਸ ਪਾਰਟੀ ਦਾ ਲੋਕ ਸਭਾ 'ਚ ਲੀਡਰ ਹੈ, ਬੰਗਾਲ ਦਾ ਪ੍ਰਧਾਨ ਹੈ, ਉਹ ਵੀ ਕਹਿੰਦਾ ਡਰਾਮਾ ਕੀਤਾ ਹੈ। ਮੰਨਿਆ ਕਿ ਮਮਤਾ ਬੈਨਰਜੀ ਇੱਕ ਅਜਿਹੀ ਲੀਡਰ ਹੈ ਜਿਹੜੀ ਬੜੀ ਕ੍ਰਿਸ਼ਮਾਈ ਵੀ ਹੈ, ਜਿਹਦਾ ਇਹ ਨਹੀਂ ਪਤਾ ਲੱਗਦਾ ਕਿ ਕਿਹੜੇ ਵੇਲੇ ਉਹ ਕੀ ਮੋੜ ਕੱਟ ਜੇ। ਉਹ ਕੋਈ ਵੀ ਸਟੈਂਡ ਲੈ ਜੇ ਆਪਾਂ ਮੰਚ ਦੇ ਉੱਤੇ ਵੀ ਉਹਨੂੰ ਦੇਖਦੇ ਹਾਂ ਬੋਲਦੀ ਹੈ ਤਾਂ ਉਹ ਇੱਕਦਮ ਟਿਕ ਕੇ ਨਹੀਂ ਖੜਦੀ। ਉਹਦੇ ਹੱਥ ਵਿੱਚ ਮਾਈਕ ਫੜਿਆ, ਕਦੇ ਇਸ ਪਾਸੇ ਕਦੇ ਹਰ ਬੰਦੇ ਦੀ ਅੱਖ ਨਾਲ ਅੱਖ ਮਿਲਾਉਂਦੀ ਹੈ। ਉਹਦਾ ਐਡਰੈਸ ਇਸ ਤਰ੍ਹਾਂ ਹੁੰਦੀ ਹੈ ਕਿ ਜਿਵੇਂ ਉਹ ਆਮ ਜ਼ਿਆਦਾ ਆਡੀਅנס ਨੂੰ ਐਡਰੈਸ ਕਰਨ ਦੀ ਬਜਾਏ ਇਕੱਲੇ ਬੰਦੇ ਨਾਲ ਗੱਲਾਂ ਕਰਦੀ ਹੈ। ਇਹ ਇੱਕ ਉਹਦਾ ਅੰਦਾਜ਼ ਹੈ। ਉਹਦਾ ਅੰਦਾਜ਼ ਹੈ ਜੀ ਖੜੀ ਖੜੋਤੀ ਉਹ ਕੁਛ ਵੀ ਕਿਹੜੇ ਵੇਲੇ ਵੀ ਕੋਈ ਵੀ ਸਟੈਂਡ ਲੈ ਸਕਦੀ ਹੈ। ਇਹ ਉਹਦੇ 'ਚ ਹੈ। ਉਹਦੇ ਤੇ ਇਹ ਇਲਜ਼ਾਮ ਲਾ ਦਿੱਤਾ। ਲੇਕਿਨ ਜਿਹੜਾ ਮੈਡੀਕਲ ਬੁਲੇਟਿਨ ਜਾਰੀ ਹੋਇਆ ਉਹ ਕੀ ਦੱਸੀ ਜਾਂਦਾ? ਉਹ ਕਹਿੰਦੇ ਆ ਮੈਡੀਕਲ ਬੁਲੇਟਿਨ ਕਹਿੰਦਾ ਉਹਦੇ ਗਿੱਟੇ ਤੇ ਸੱਟ ਹੈ, ਉਹਦੇ ਲੱਤ ਦੇ ਉੱਤੇ ਸੱਟ ਹੈ, ਈਵਨ ਉਹਦੀ ਗਰਦਨ ਦੇ ਉੱਤੇ ਵੀ ਸੱਟ ਹੈ। ਅੱਛਾ ਜੀ। ਉਹਨੂੰ ਸਾਹ ਲੈਣ ਦੇ ਵਿੱਚ ਤਕਲੀਫ ਆਉਂਦੀ ਹੈ। ਉਹ ਜਦੋਂ ਉੱਥੇ ਪਈ ਆਪਣੇ ਬੈੱਡ ਦੇ ਉੱਤੇ ਪਈ ਹੈ ਤੇ ਉਹਦੀਆਂ ਤਸਵੀਰਾਂ ਵਾਇਰਲ ਹੁੰਦੀਆਂ। ਤਸਵੀਰਾਂ ਨੂੰ ਦੇਖ ਕੇ ਬੰਗਾਲ ਦੇ ਵਿੱਚ ਨਾਲ ਦੀ ਨਾਲ ਹੀ ਜਿਹੜੇ ਹਮਾਇਤੀ ਆ ਉਹ ਸੜਕਾਂ ਤੇ ਉਤਰ ਆਉਂਦੇ। ਉਹ ਫਿਰ ਉੱਥੋਂ ਜਿਹੜੀ ਹੈਗੀ ਆ ਅਪੀਲ ਕਰਦੀ ਹੈ ਕਿ ਮੈਂ ਤੰਦਰੁਸਤ ਹੋ ਰਹੀ ਹਾਂ, ਸਾਰਿਆਂ ਨੂੰ ਬੇਨਤੀ ਹੈ ਕਿਰਪਾ ਕਰਕੇ ਸ਼ਾਂਤੀ ਰੱਖੋ, ਇਹ ਗੱਲ ਕਹਿੰਦੀ ਹੈ। ਔਰ ਨਾਲ ਦੀ ਨਾਲ ਹੀ ਉਹ ਇਹ ਵੀ ਐਲਾਨ ਕਰਦੀ ਹੈ ਕਿ ਮੈਂ ਆ ਰਹੀ ਹਾਂ ਚੋਣ ਕੰਪੇਨ ਤੇ ਮੈਂ ਸਾਰੀ ਸਟੇਟ ਦਾ ਵੀਲ ਚੇਅਰ ਤੇ ਜਿਹੜਾ ਹੈਗਾ ਕਰੂੰਗੀ ਦੌਰਾ। ਅੱਛਾ, ਵੀਲ ਚੇਅਰ ਦੇ ਉੱਤੇ ਮੈਂ ਆਪਣੀ ਕੰਪੇਨ ਚਲਾਉਂਗੀ। ਇਸ ਚੀਜ਼ ਨੇ ਹੁਣ ਵਕਤ ਪਾਇਆ ਪਿਆ ਕਿ ਜਦੋਂ ਵੀਲ ਚੇਅਰ ਤੇ ਉੱਤੇ ਉਹ ਨਿਕਲੀ, ਜਿਹੜੀ ਹਵਾਈ ਚੱਪਲਾਂ ਵਾਲੀ ਹੈ, ਉਹਨੇ ਜਦੋਂ ਜਹਾਜ਼ਾਂ ਵਾਲਿਆਂ ਨਾਲ ਉਹਨੇ ਮੁਕਾਬਲਾ ਕਰਨਾ ਹੈ। ਇਹ ਮੈਂ ਆਹੀ ਗੱਲ ਜਿਹੜੀ ਆਪਾਂ ਪਹਿਲਾਂ ਗੱਲ ਕਰਕੇ ਹਟੇ ਕਿ ਸਾਡੇ ਲੋਕ ਜਿਹੜੇ ਹੈਗੇ ਆਪਣੇ ਲੀਡਰਾਂ ਨੂੰ ਕਿਵੇਂ ਪੈਦੇ, ਉੱਥੋਂ ਦੇ ਲੋਕ ਕਿਵੇਂ ਹੈ, ਔਰ ਤੁਸੀਂ ਇਹਦਾ ਕ੍ਰਿਸ਼ਮਾ ਦੇਖੋ ਕਿ ਇਹਦਾ ਬਣਦਾ ਕੀ ਹੈ। ਹੁਣ ਉਹਨਾਂ ਨੇ ਕਿਹਾ ਕੀ ਹੈ, ਜਿਹੜੇ ਬੰਗਾਲ ਦੇ ਆਗੂ ਹੈ ਮਮਤਾ ਬੈਨਰਜੀ ਦੇ, ਉਹ ਕਹਿੰਦੇ ਆ ਕਿ ਇਹ ਜੋ ਕੁਛ ਕੀਤਾ ਇਹ
ਇਹਦੇ ਲਈ ਚੋਣ ਕਮਿਸ਼ਨ ਜ਼ਿੰਮੇਵਾਰ ਹੈ। ਹਾਂਜੀ, ਕਿਉਂਕਿ ਜਦੋਂ ਪ੍ਰਸ਼ਾਸਨਿਕ ਕਰਤਾ ਧਰਤਾ ਹੀ ਚੋਣ ਕਮਿਸ਼ਨ ਹੈ। ਤੇ ਜੇ ਅਟੈਕ ਹੁੰਦਾ, ਅਟੈਕ ਦੀ ਜ਼ਿੰਮੇਵਾਰੀ ਫਿਰ ਕਿਸੇ ਤੇ ਹੋਰ ਪਾਵਾਂਗੇ, ਪਾਕਿਸਤਾਨ ਤੇ ਪਾ ਦਿਆਂਗੇ ਨਾ। ਤੇ ਇਹਨਾਂ ਨੇ ਤਾਂ ਬੀਜੇਪੀ ਵਾਲਿਆਂ ਨੇ ਤੇ ਇੱਕ ਲੀਡਰ ਨੇ ਇਹ ਵੀ ਕਹਿਤਾ, ਤਾਲਿਬਾਨ ਆ ਗਏ ਜੀ, ਕਹਿੰਦਾ ਦੀਦੀ ਤੇ ਹਮਲਾ ਕਰਨ ਵਾਸਤੇ। ਤੁਹਾਡੇ ਨਾਲ ਵੱਡਾ ਤਾਲਿਬਾਨ ਕੌਣ ਹੈ ਅੱਜ ਦੇ ਜ਼ਮਾਨੇ 'ਚ? ਅੱਜ ਦੇ ਜ਼ਮਾਨੇ 'ਚ ਤਾਂ ਇੰਡੀਆ ਜਿਹੜੇ ਅਫਗਾਨਿਸਤਾਨ ਵਾਲੇ ਤਾਲਿਬਾਨਾਂ ਨਾਲੋਂ ਤਾਂ ਇੱਥੋਂ ਦੇ ਭਗਵੇਂ ਤਾਲਿਬਾਨ ਕਿਤੇ ਮਾੜੇ, ਜਿਹੜੇ ਆਪਦਾ ਨੂੰ ਵੀ ਨਹੀਂ ਬਖਸ਼ਦੇ ਜੀ। ਅੱਜ ਤੁਸੀਂ ਇੱਕ ਵੇਖਿਆ ਹੋਣਾ, ਜਿੱਦਾਂ ਦੀ ਇਹ ਮੂਵਮੈਂਟ ਸ਼ੁਰੂ ਹੋਈ ਹੈ ਮੰਦਰ ਵਾਲੀ ਮੂਵਮੈਂਟ ਤੋਂ ਲੈ ਕੇ ਜਿਹੜੇ ਮੰਦਰ ਦੀ ਮੂਵਮੈਂਟ ਦੇ ਲੀਡਰ ਸੀ, ਕੱਲੇ ਗਏ ਕਿੱਧਰ ਜੀ? ਕੱਲੇ ਬੰਦੇ ਜਿਹੜੇ ਗੈਰ ਕੁਦਰਤੀ ਮੌਤਾਂ ਕਿਉਂ ਮਰ ਗਏ, ਉਹਨਾਂ ਦਾ ਰੌਲਾ ਕਿਉਂ ਪਈ ਜਾਂਦਾ? ਮੈਂ ਇੱਕ ਸਾਧੂ ਦੀ ਦੇਖ ਰਿਹਾ ਸੀ ਇੰਟਰਵਿਊ, ਅੱਛਾ ਜੀ, ਕੱਲੇ ਬੰਦੇ ਦਾ ਉਹ ਕਹਿ ਰਿਹਾ ਸੀ, ਕਹਿੰਦਾ ਜੀ ਕਰੋੜਾਂ ਰੁਪਏ, ਜਿਹੜੇ ਸੈਂਕੜੇ ਕਰੋੜ ਰੁਪਏ ਸਾਡੇ ਇਕੱਠੇ ਹੋ ਕੇ ਉਹਦਾ ਨਹੀਂ ਪਤਾ ਕਿੱਧਰ ਨੂੰ ਗਏ। ਉਹ ਸਾਰਾ ਕੁਝ ਤੁਸੀਂ ਇਹ ਕਰੀਏ ਨੇ। ਹੁਣ ਉਹਦੇ 'ਚ ਵੱਡੀ ਗੱਲ ਇੱਕ ਇਹ ਹੈ ਕਿ ਜਦੋਂ JP ਨੱਡੇ ਤੇ ਅਟੈਕ ਹੁੰਦਾ ਜੀ, ਉਦੋਂ ਤਾਂ ਹੋਮ ਮਿਨਿਸਟਰੀ ਨੇ DGP ਤੋਂ ਲੈ ਕੇ ਸਾਰੇ ਸੀਨੀਅਰ ਅਧਿਕਾਰੀ ਤਲਬ ਕਰ ਲੈਣ ਹਾਜ਼ਰ ਕਰ ਨਾ ਜੀ, ਤਲਬ ਕਰ ਲਏ ਸੀ ਦਿੱਲੀ ਆ ਜਾਓ। ਜਿਹੜਾ ਲਾ ਐਂਡ ਆਰਡਰ ਸਟੇਟ ਸਬਜੈਕਟ ਹੈ ਜੀ, ਉਦੋਂ ਕਹਿੰਦੇ ਦਿੱਲੀ ਆ ਜਾਓ। ਹੁਣ ਕਹੀ ਜਾਂਦੇ ਆ ਜੀ ਲਾ ਐਂਡ ਆਰਡਰ ਦੀ ਹਾਲਤ ਹੀ ਬਾਲੀ ਮਾੜੀ ਹੈ, ਇਹਦੇ ਲਈ ਜ਼ਿੰਮੇਵਾਰ ਕੌਣ ਹੈ? ਮਮਤਾ ਬੈਨਰਜੀ ਕੋਲ ਤਾਂ ਕੰਟਰੋਲ ਹੀ ਹੈ ਨਹੀਂ ਜੀ। ਉਹ ਤਾਂ ਹੁਣ ਇਸ ਵੇਲੇ ਆਪਾਂ ਕਹਿ ਦਈਏ ਕਿ ਕਾਗਜ਼ੀ ਪੱਤਰੀ ਮੁੱਖ ਮੰਤਰੀ ਹੈ। ਸ਼ਾਸਨ ਪ੍ਰਸ਼ਾਸਨ ਟ੍ਰਾਂਸਫਰ ਉਹ ਕਿਸੇ ਸਿਪਾਹੀ ਦੀ ਨਹੀਂ ਕਰ ਸਕਦੀ ਜੀ। ਉਹਦੇ ਵਾਸਤੇ ਵੀ ਚੋਣ ਕਮਿਸ਼ਨ ਦੀ ਮਨਜ਼ੂਰੀ ਲੈਣੀ ਹੈ। ਚੋਣ ਕਮਿਸ਼ਨ ਜਿਹਨੂੰ ਮਰਜ਼ੀ ਹੈ ਬਦਲ ਦੇ, DGP ਬਦਲਦਾ, ਕੱਲ ਨੂੰ ਚੀਫ ਸੈਕਟਰੀ ਨੂੰ ਵੀ ਬਦਲ ਦੇਣਗੇ। ਬਿਲਕੁਲ ਸਾਰਾ ਕੁਝ ਹੀ ਹੋ ਸਕਦਾ, ਉਹ ਸਾਰਾ ਕੁਝ ਬਦਲ ਦੇਣਗੇ। ਲਾਉਣਗੇ ਕਿਹਨੂੰ ਲਾਉਣਗੇ? ਉਹਨਾਂ ਨੂੰ ਜਿਹਨਾਂ ਨੂੰ ਅਮਿਤ ਸ਼ਾਹ ਕਹਿ ਦੂਗਾ ਵੀ ਦਲੀਪ ਘੋਸ਼ ਤੋਂ ਪੁੱਛ ਲਓ ਜੀ DGP ਕਿਹਨੂੰ ਲਾਉਣਾ। ਤੇ DGP ਤਾਂ ਥੋੜੇ ਦਿਨਾਂ ਵਾਸਤੇ ਲੱਗਿਆ, ਕੁਛ ਦੀ ਕੁਛ ਹੁੰਦਾ ਕੁਛ ਕਹਿੰਦਾ। ਇੱਕ ਤਾਂ ਉਹ ਇੱਕ ਦਿਨ ਕਾ ਮੁੱਖ ਮੰਤਰੀ ਫਿਲਮ ਨਹੀਂ ਦੇਖੀ, ਇੱਕ ਦਿਨ ਦਾ ਮੁੱਖ ਮੰਤਰੀ। ਹਾਂ ਵੇਖ ਲਓ ਫਿਰ। ਬਿਲਕੁਲ। ਇਹ ਇਸ ਕਰਕੇ ਜਿਹੜਾ ਹੈਗਾ ਉਹ ਜਿਹੜਾ ਉਹਨਾਂ ਦਾ ਇਲਜ਼ਾਮ ਆ, ਉਹਨਾਂ ਦੇ ਇਲਜ਼ਾਮ ਦੇ ਵਿੱਚ ਦਮ ਹੈ। ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ DGP ਲੈਵਲ ਦਾ ਆਫੀਸਰ ਬਦਲਣਾ ਪੈਂਦਾ, ਚੋਣ ਕਮਿਸ਼ਨ ਵੱਲੋਂ ਆਉਂਦਾ, ਉਹਦੀ ਇੱਕ ਬਕਾਇਦਾ ਇਨਕੁਆਇਰੀ ਹੁੰਦੀ ਹੈ ਜੀ, ਕੰਪਲੇਂਟ ਹੁੰਦੀ ਹੈ ਤੇ ਨਾਲ ਦੀ ਨਾਲ ਬਦਲ ਦਿਓ। ਉਹਦੇ ਵਿੱਚ ਇਹ ਵੀ ਦੇਖਣਾ ਕਿ ਇਹਦੀ ਦਖਲਅੰਦਾਜ਼ੀ ਕਿਸ ਹੱਦ ਤੱਕ ਕਿਹੋ ਜਿਹੀ ਹੈ। ਬਹੁਤ ਘੱਟ ਮਾਮਲਿਆਂ 'ਚ ਦੇਖਦੇ ਆ। ਸਵਾਲ ਤਾਂ ਇਹ ਹੈ ਵੀ ਜਿੱਥੇ ਹੁਣ ਅਸਾਮ ਦੇ ਵਿੱਚ ਸਰਕਾਰ BJP ਦੀ ਹੈ ਜੀ, ਉੱਥੇ ਅਸਾਮ ਦੀ ਕਾਂਗਰਸ ਪਾਰਟੀ ਜੇ ਕਿਸੇ ਆਫੀਸਰ ਦੀ ਸ਼ਿਕਾਇਤ ਕਰਦੀ ਹੈ, ਉਹ ਵੇਖੋ ਬਦਲੀ ਤਾਂ ਕਿ ਨਹੀਂ ਬਦਲੀ ਦਾ। ਮੋਰ ਓਵਰ ਸਾਡੇ ਚੋਣ ਕਮਿਸ਼ਨ ਦੀ ਹਾਲਤ ਕੀ ਹੈ ਜੀ? ਸਾਡੇ ਚੋਣ ਕਮਿਸ਼ਨ ਦੀ ਹਾਲਤ ਦਾਨੇ ਵਾਲੀ ਹੈ ਜੀ। ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਖਿਲਾਫ ਆ 2019 ਵਾਲੀਆਂ ਚੋਣਾਂ ਵੇਲੇ ਕੰਪਲੇਂਟ ਕੀਤੀ ਸੀ। ਕਿਹਨੇ? ਕਾਂਗਰਸ ਪਾਰਟੀ ਨੇ ਜੀ, ਕਿ ਜੀ ਇਹਨਾਂ ਨੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ। ਚੋਣ ਕਮਿਸ਼ਨ ਦੀ ਮੀਟਿੰਗ 'ਚ ਇਹ ਮਾਮਲਾ ਆ ਗਿਆ, ਚਿੱਠੀ ਖੋਲੀ ਗਈ, ਪੜ੍ਹੀ ਗਈ, ਤੇ ਚੋਣ ਕਮਿਸ਼ਨ ਦੇ 2 ਮੈਂਬਰ ਕਹਿੰਦੇ ਜੀ ਪਾਸੇ ਰੱਖ ਦਿਓ। ਅੱਛਾ ਜੀ। ਇੱਕ ਮੈਂਬਰ ਅਸ਼ੋਕ ਲਵਾਸਾ, ਉਹ ਕਹਿੰਦਾ ਜੀ ਮੈਨੂੰ ਇਤਰਾਜ਼ ਹੈ। ਕਹਿੰਦੇ ਕੀ ਗੱਲ ਹੈ? ਕਹਿੰਦਾ ਪਾਸੇ ਨਾ ਰੱਖੋ, ਜੇ ਪ੍ਰਧਾਨ ਮੰਤਰੀ ਹੈ, ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੁੰਦੀ ਹੈ, ਇਹ ਸ਼ਿਕਾਇਤ ਪੜਤਾਲ ਕਰਨਾ ਤਾਂ ਸਾਡਾ ਹੱਕ ਹੈ, ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ, ਅਸੀਂ ਕੰਸਟੀਟਿਊਸ਼ਨਲ ਸੰਸਥਾ। ਦੂਜੇ 2 ਕਹਿੰਦੇ ਨਹੀਂ। ਉਹ ਕਹਿੰਦਾ ਜੀ ਫਿਰ ਇਹ ਕਰੋ ਵੀ ਤੁਸੀਂ ਕਹਿ ਦਿਓ ਨਹੀਂ, ਮੈਂ ਕਹਿੰਦਾ ਇਹ ਕਾਰਵਾਈ 'ਚ ਪਾ ਦਿਓ। ਕਹਿੰਦੇ ਇਹ ਵੀ ਨਹੀਂ ਪਾਉਂਦੇ ਜੀ। ਤੇ ਤੀਜੇ ਚੌਥੇ ਦਿਨ ਮਗਰੋਂ ਕੀ ਆ ਗਿਆ ਜੀ? ਅਖਬਾਰਾਂ 'ਚ ਖਬਰਾਂ ਆ ਗਈਆਂ, ਉਹਦੀ ਵਾਈਫ ਦੇ ਮਗਰੀੜੀ ਪੈ ਗਈ, ਅੱਛਾ, ਉਹਦੇ ਮੁੰਡੇ ਦੇ ਮਗਰੀੜੀ ਪੈ ਗਈ, ਉਹਦੀ ਭੈਣ ਦੇ ਮਗਰੀੜੀ, ਉਹਦੀ ਸਾਲੀ ਦੇ ਮਗਰੀੜੀ। ਦੱਸ ਛੱਡੇ ਹੀ ਕੋਈ ਨਹੀਂ। ਫਿਰ ਮੇਰਾ ਖਿਆਲ ਵਿਚਾਰਾ ਪੋਲਾ ਕਰ ਲਿਆ ਹੁਣ, ਉਹ ਚੁੱਪ ਕਰਕੇ ਬਹਿ ਗਿਆ। ਹੁਣ ਕੀ ਐਸੀ ਹਾਲਤ ਜੀ? ਐਸ ਚੋਣ ਕਮਿਸ਼ਨਰ ਦੇ ਚੀਫ ਕਮਿਸ਼ਨਰ ਦੇ ਰਿਟਾਇਰ ਹੋਣ ਤੋਂ ਬਾਅਦ ਉਸ ਬੰਦੇ ਨੇ ਚੀਫ ਕਮਿਸ਼ਨਰ ਬਣਨਾ ਸੀ। ਚੱਕਦੇ ਨੇ ਫੱਟੇ, ਕਹਿੰਦੇ ਹੱਲੀ ਕੁਛ ਨਹੀਂ। ਉਸ ਬੰਦੇ ਨੂੰ ਕਿਸੇ ਏਸ਼ੀਆਈ ਜਿਹੜੀ ਹੈ ਕੋਈ ਏਸ਼ੀਆ ਦੀ ਕੋਈ ਬੈਂਕ ਵਗੈਰਾ ਸੰਸਥਾ ਹੈ, ਬੈਂਕਿੰਗ ਨਾਲ ਸੰਬੰਧਿਤ ਕੋਈ ਸੰਸਥਾ ਹੈ, ਉਸ ਬੰਦੇ ਨੂੰ, ਉਹ ਭਾਰਤ ਦੇ ਹਿੱਸੇ ਦੇ ਵਿੱਚ ਹੈ, ਵਾਈਸ ਪ੍ਰੈਜ਼ੀਡੈਂਟ ਦੀ ਪੋਸਟ, ਉਸ ਬੰਦੇ ਨੂੰ ਕਹਿੰਦੇ ਵੀ ਚੱਲ ਉੱਥੇ ਭੇਜ। ਉਹਨੇ ਖੜਾ ਛੜਾਇਆ ਵੀ ਲੈਣਾ ਦੇਣਾ ਆਪਾਂ ਕੀ ਹੈ। ਆਹ ਤਾਂ ਹਾਲਤ ਹੈ। ਸਾਡੀਆਂ ਕੰਸਟੀਟਿਊਸ਼ਨਲ ਸੰਸਥਾਵਾਂ ਦੀ ਹਾਲਤ ਕੀ ਕੀਤੀ ਹੈ? ਨਾਸ ਮਾਰਤਾ ਜੀ, ਇਹ ਨਾਸ ਮਾਰਤਾ। ਇਹ ਇੱਥੇ ਤਾਂ ਸਾਰੀ ਗੱਲ ਬਣਦੀ ਆ ਕਿ ਸਭ ਕੁਝ ਕਰਤਾ ਇੱਥੇ, ਜੋ ਰੂਲਿੰਗ ਪਾਰਟੀ ਕਹਿੰਦੀ ਹੈ ਚੋਣ ਕਮਿਸ਼ਨ ਉਹਦੇ ਮੁਤਾਬਕ ਚੱਲਦਾ ਹੈ। ਜੀ ਜੀ ਜੀ। ਚਲੋ ਸਭ ਗੱਲ ਉਹੀ ਤੁਸੀਂ ਜਮਹੂਰੀਅਤ ਦੀ ਕਰੀ ਜਾਂਦੇ ਹੋ। ਪਹਿਲਾਂ ਤਾਂ ਕਹਿੰਦੇ ਸੀ ਭਾਰਤ ਦੀ, ਹੁਣ ਜਮਹੂਰੀਅਤ ਵਾਲਾ ਹਾਲ ਹੀ ਹੈ। ਪਹਿਲਾਂ ਤਾਂ ਕਹਿੰਦੇ ਭਾਰਤ ਦੇ ਵਿੱਚ ਨਾ ਅਸ਼ੰਕ ਜਿਹੜੀ ਹੈ ਵੀ ਬਹੁਤ ਘੱਟ ਰਹੇਗੀ ਡੈਮੋਕ੍ਰੇਸੀ, ਪਾਰਸ਼ੀਅਲ ਡੈਮੋਕ੍ਰੇਸੀ, ਪਾਰਸ਼ੀਅਲ ਆਜ਼ਾਦੀ ਦੀ ਆਜ਼ਾਦੀ। ਹੁਣ ਤਾਂ ਕਹਿੰਦੇ ਵੀ ਕਿਸੇ ਨੇ ਕਹਿਤਾ, ਕਹਿੰਦੇ ਹੁਣ ਤਾਂ ਭਾਰਤ ਜਮਹੂਰੀ ਮੁਲਕ ਹੀ ਨਹੀਂ ਰਿਹਾ, ਕਹਿੰਦੇ ਡੈਮੋਕ੍ਰੈਟਿਕ ਹੀ ਨਹੀਂ ਰਿਹਾ। ਬਿਲਕੁਲ ਪਹਿਲਾਂ ਜਿਹੜਾ ਸੀਗਾ ਵੀ ਭਾਰਤ ਜਿਹੜਾ ਹੈਗਾ ਇਹ ਨਹੀਂ ਰਿਹਾ ਤੁਹਾਡਾ ਡੈਮੋਕ੍ਰੈਟਿਕ ਨਹੀਂ, ਡੈਮੋਕ੍ਰੇਟ ਨਹੀਂ, ਇਹ ਪੂਰਾ ਆਜ਼ਾਦ ਦੇਸ਼, ਪੂਰਾ ਆਜ਼ਾਦ ਦੇਸ਼ ਨਹੀਂ, ਆਜ਼ਾਦੀ ਪਾਰਸ਼ੀਅਲ ਇੰਡੀਪੈਂਡੈਂਸ। ਹਾਂਜੀ, ਕਿ ਇੱਕ ਹਿੱਸੇ ਨੂੰ ਆਜ਼ਾਦੀ ਹੈਗੀ ਹੈ, ਇੱਕ ਹਿੱਸੇ ਨੂੰ ਆਜ਼ਾਦੀ ਹੈ ਨਹੀਂ ਜੀ। ਭਾਵ ਇਹ ਹੈ ਕਿ ਮੇਰਾ ਖਿਆਲ ਉਹਨਾਂ ਨੇ ਕਿਹਾ ਸੀ 67% ਲੋਕਾਂ ਨੂੰ ਆਜ਼ਾਦੀ ਹੈ ਨਹੀਂ, 33% ਨੂੰ ਹੈਗੀ ਆਜ਼ਾਦੀ ਜੀ।
ਇਹ ਉਹਨਾਂ ਨੇ ਕਿਹਾ ਸੀ ਕਿ ਭਾਰਤ ਅੰਸ਼ਕ ਤੌਰ ਤੇ ਆਜ਼ਾਦ ਆ, ਪੂਰੀ ਆਜ਼ਾਦੀ ਇਹਦੇ ਕੋਲੇ ਹੈ ਨਹੀਂ। ਇਹ ਫਰੀडम ਹਾਊਸ ਹੈ ਜੀ ਅਮਰੀਕਾ ਦਾ। ਅੱਛਾ ਜੀ। ਉਹਨਾਂ ਨੇ ਕਿਹਾ ਸੀ। ਹਾਂ। ਹੁਣ ਜਿਹੜੀ ਹੈਗੀ ਹੈ ਇੱਕ ਸੰਸਥਾ ਹੈ BDM ਇੰਸਟੀਚਿਊਟ। ਅੱਛਾ ਜੀ। ਇਹ BDM ਇੰਸਟੀਚਿਊਟ ਹੈਗਾ ਜੀ ਉੱਥੋਂ ਦਾ, ਆਪਣੇ ਦਾ ਸਵੀਡਨ ਦਾ ਜੀ। ਇਹਨਾਂ ਨੇ ਜਮਾਂ ਹੀ ਗੱਲ ਕਰਤੀ ਵੱਖਰੀ। ਹੂੰ। ਇਹ ਕਹਿੰਦੇ ਭਾਰਤ ਦੇ ਵਿੱਚ ਜਿਹੜਾ ਲੋਕਤੰਤਰ ਹੈ, ਅੱਛਾ ਜੀ, ਉਸ ਲੋਕਤੰਤਰ ਨੂੰ ਅਸਲੀ ਲੋਕਤੰਤਰ ਨਹੀਂ ਕਿਹਾ ਜਾ ਸਕਦਾ। ਲਓ, ਇਹ ਲੋਕਤੰਤਰ ਏਕਾ ਅਧਿਕਾਰਤ ਲੋਕਤੰਤਰ ਹੈ। ਇਸ ਲੋਕਤੰਤਰ ਦੇ ਵਿੱਚ ਕਹਿੰਦੇ ਹੁੰਦਾ ਕੀ ਹੈ ਜੀ? ਮੀਡੀਆ ਨੂੰ ਦੀ ਆਜ਼ਾਦੀ ਇੱਥੇ ਬਰਕਰਾਰ ਨਹੀਂ ਰਹਿਣ ਦਿੱਤੀ। ਮੀਡੀਆ ਇੱਥੇ ਇੱਕ ਵਿਸ਼ੇਸ਼ ਧਿਰ ਦੇ ਹੱਕ ਵਿੱਚ ਭੁਗਤਦਾ ਹੈ। ਜੀ। ਇਹ ਵਿਸ਼ੇਸ਼ ਧਿਰ ਕਿਹੜੀ ਆਪਾਂ ਨੂੰ ਪਤਾ ਹੀ, ਸੱਤਾਧਾਰੀ, ਉਹ ਭਾਰਤੀ ਜਨਤਾ ਪਾਰਟੀ ਹੈ, ਸੱਤਾਧਾਰੀ ਹੈ। ਫਿਰ ਅਗਲੀ ਗੱਲ ਉਹ ਕਹਿੰਦੀ ਹੈ 2014 ਚ ਜਦੋਂ ਨਰਿੰਦਰ ਮੋਦੀ ਦੀ ਸਰਕਾਰ ਹੋਈ ਹੈ, ਇਸ ਸਮੇਂ ਦੇ ਵਿੱਚ ਕੀ ਕਹਿੰਦੀ ਹੈ? ਸਿੱਧਾ ਉਹਨੇ ਕਿ ਜਦੋਂ ਦੀ ਇਹ ਮੋਦੀ ਸਰਕਾਰ ਹੋਈ ਹੈ, ਮੀਡੀਆ ਜਿਹੜਾ ਹੈਗਾ ਉਹ ਨਿਰਪੱਖ ਨਹੀਂ ਰਿਹਾ। ਮੀਡੀਆ ਇੱਕ ਧਿਰ ਦੇ ਹੱਕ ਵਿੱਚ ਹੈ ਜੀ। ਅਕਾਦਮਿਕ ਮਾਮਲੇ ਜਿਹੜੇ ਉਹਦੇ ਵਿੱਚ ਦਖਲਅੰਦਾਜ਼ੀ ਜੀ। ਅਕਾਦਮਿਕ ਮਾਮਲਿਆਂ ਤੋਂ ਬਗੈਰ ਜਿਹੜੀ ਸ਼ਖਸੀ ਆਜ਼ਾਦੀ ਹੈ, ਸ਼ਖਸੀ ਆਜ਼ਾਦੀ ਦੇ ਉੱਤੇ ਅਟੈਕ ਜੀ। ਜਦੋਂ ਦੀ ਇਹ ਸਰਕਾਰ ਆਈ ਹੈ 7000 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਹੈ। ਅੱਛਾ। ਦੇਸ਼ ਧਰੋਹੀ, ਹਾਂ, UAPA ਜੀ ਤੇ ਰੋਕੂ ਕਾਨੂੰਨਾਂ ਦੇ ਤਹਿਤ। ਦੱਸੋ। 7000 ਬੰਦਿਆਂ ਦੇ ਵਿੱਚੋਂ 3500 ਬੰਦੇ ਜਿਹੜੇ ਉਹਨਾਂ ਨੇ ਅੰਕੜਿਆਂ ਦਾ ਐਨਾਲਿਸਿਸ ਕੀਤਾ ਹੈ, 3500 ਬੰਦੇ ਉਹ ਹੈ ਜਿਹੜੇ ਸਰਕਾਰ ਦੇ ਆਲੋਚਕ ਹੈ। ਉਹੀ ਹੋਣੇ, ਦੂਜਿਆਂ ਨੂੰ ਤਾਂ ਕਿੱਥੇ ਕਰਨਾ ਇਹਨਾਂ ਨੇ। ਹਾਂ, ਨਾਲ ਅਗਲੀ ਗੱਲ ਜਿਹੜੀਆਂ ਹਿੰਦੂਤਵ ਸੰਸਥਾਵਾਂ ਹੈ ਉਹਨਾਂ ਨੂੰ ਪੂਰੀ ਖੁੱਲੀ ਛੁੱਟੀ ਦਿੱਤੀ ਹੋਈ ਹੈ, ਜੋ ਮਰਜ਼ੀ ਕਰ ਲਓ ਜੀ, ਤੁਸੀਂ ਜੋ ਮਰਜ਼ੀ ਕਰ ਲਓ। ਉਹ ਅਮਰੀਕਾ ਕੈਨੇਡਾ ਚ ਗੱਲ ਹੁੰਦੀ ਹੈ ਵੀ ਇਹ ਟੈਰਰਿਸਟ ਆਊਟਫਿਟ ਨੇ। ਉਹ ਉੱਥੇ ਆਦੇ ਵੀ ਇਹ ਟੈਰਰਿਸਟ ਆਊਟਫਿਟ ਹੈ। ਉਹ ਕਹਿੰਦੇ ਜੀ ਇਹ ਹਿੰਦੂਤਵਵਾਦੀਆਂ, ਇਹਨਾਂ ਨੂੰ ਜੋ ਮਰਜ਼ੀ ਕਰਨ ਲਿਓ। ਉਹ ਕਿਸੇ ਅਖਲਾਕ ਨੂੰ ਜਾ ਕੇ ਉਹਦੇ ਘਰ ਚ ਕਤਲ ਕਰ ਦੇਣ ਜੀ, ਉਹ ਕਿਸੇ ਪਹਿਲੂ ਖਾਨ ਨੂੰ ਮਾਰ ਦੇਣ ਬਾਅਦ ਤੁਰੇ ਆਉਂਦੇ ਨੂੰ। ਉਹ ਕਿਸੇ ਜਦੋਂ ਛੁੱਟ ਕੇ ਆਵੇ ਉਹਦੇ ਹਾਰ ਪਾਓ ਕਾਤਲ ਦੇ, ਜਿਹੜੇ ਉਹਨਾਂ ਨੂੰ ਹਾਰ ਪੈਣ। ਔਰ ਜਦੋਂ ਹਾਰ ਪੈਣ, ਹਾਰ ਪਾਉਣ ਕੌਣ? ਸਧਾਰਨ ਬੰਦੇ ਨਹੀਂ, ਕੋਈ ਪਿੰਡ ਦਾ ਪੰਚ ਸਰਪੰਚ ਨਹੀਂ ਪਾਉਂਦਾ, ਉਹਨਾਂ ਨੂੰ ਪਾਉਂਦਾ ਕੇਂਦਰੀ ਵਜ਼ੀਰ। ਕੇਂਦਰੀ ਵਜ਼ੀਰ। ਦੱਸੋ। ਇਹ ਜਿਹੜੀ ਹੈਗੀ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੀ ਹੈਗੀ ਹੈ ਹੁਣ ਏਕਾ ਅਧਿਕਾਰਤ ਜਿਹੜੀ ਹੈ, ਇੱਥੇ ਏਕਾ ਅਧਿਕਾਰਤ ਲੋਕਤੰਤਰ ਹੈ। ਔਰ ਇਹਨੂੰ ਜਦੋਂ ਆਪਾਂ ਏਕਾ ਅਧਿਕਾਰਤ ਲੋਕਤੰਤਰ ਕਹਿ ਦਈਏ ਜੀ, ਤੇ ਨਾਲ ਆਪਾਂ ਦੂਜੇ ਪਾਸੇ ਕਹਿ ਦਈਏ ਅੰਸ਼ਕ ਆਜ਼ਾਦੀ, ਤਾਂ ਇਹਦਾ ਮਤਲਬ ਕੀ ਹੈ? ਤੁਸੀਂ ਇਹਨੂੰ ਦੋ ਵੱਡੀਆਂ ਤਾਕਤਾਂ ਹੈ ਜੀ। ਜਿਹੜੀ ਸਵੀਡਨ ਦੀ ਇੰਸਟੀਚਿਊਟ ਹੈ ਉਹ ਇੱਕ ਬੜੀ ਨਿਰਪੱਖ ਇੰਸਟੀਚਿਊਟ ਹੈ ਜੀ। BDM ਉਹਦਾ ਬਹੁਤ ਵੱਡਾ ਨਾਂ ਹੈ। ਇਸੇ ਤਰੀਕੇ ਜਿਹੜਾ ਫਰੀडम ਹਾਊਸ ਸਾਰੀ ਦੁਨੀਆ ਨੂੰ ਦੇਖਦਾ ਹੈ ਜੀ। ਹੋਰ ਤਾਂ ਹੋਰ ਇਹ ਤੋਂ ਇਲਾਵਾ ਜੇ ਦੇਖੀਏ ਜਿਹੜੀ UN ਹੈ, ਯੂਨਾਈਟਿਡ ਨੇਸ਼ਨ ਦਾ ਜਿਹੜਾ ਹਿਊਮਨ ਰਾਈਟਸ ਵਿੰਗ ਹੈ ਜੀ, ਉਸ ਹਿਊਮਨ ਰਾਈਟਸ ਵਿੰਗ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਕਿ ਭਾਰਤ ਦੇ ਵਿੱਚ ਪੱਤਰਕਾਰਾਂ ਦੇ ਖਿਲਾਫ ਮੀਡੀਆ ਦੇ ਉੱਤੇ ਵੀ ਹਮਲੇ ਹੋ ਰਹੇ, ਮੀਡੀਆ ਦੇ ਉੱਤੇ ਵੀ ਪਰਚੇ ਹੋ ਰਹੇ ਹੈ। ਔਰ ਹੁਣ ਡਿਜੀਟਲ ਮੀਡੀਆ ਨੂੰ ਕਾਬੂ ਕਰਨ ਵਾਸਤੇ ਕਾਨੂੰਨ ਬਣਾਏ ਜਾ ਰਹੇ। ਉਹ ਤਾਂ ਬਣਾਈ ਜਾਂਦੇ। ਠੀਕ ਹੈ। ਇਸ ਕਰਕੇ ਉਹ ਕਹਿੰਦੇ ਵੀ ਇਹ ਜਿਹੜੀ ਹੁਣ ਜਿਹੜੀ ਵੇਖੋ ਇੱਕ ਤੁਸੀਂ ਕਿਸ ਢੰਗ ਦੇ ਨਾਲ ਕੀਤੀ ਹੈ ਕਿ ਏਕਾ ਅਧਿਕਾਰਵਾਦੀ ਡੋਮੀਨੇਟਡ ਬਾਈ ਵਨ ਪਾਰਟੀ, ਉਹ ਲੋਕਤੰਤਰ ਜਿਹੜਾ ਉਹਨਾਂ ਦੇ ਫਿੱਟ ਆਉਂਦਾ ਹੈ। ਤੇ ਹੋਰ ਤਾਨਾਸ਼ਾਹੀ ਕਾਸ ਨੂੰ ਕਹਿੰਦੇ ਹੁੰਦੇ? ਤਾਨਾਸ਼ਾਹੀ ਇਸੇ ਨੂੰ ਕਹਿੰਦੇ ਜੀ। ਤੁਹਾਡੇ ਧਿਆਨ ਚ ਹੋਣਾ ਕਿ ਹਿਟਲਰ ਨੇ ਜਿਸ ਵੇਲੇ ਨਾਅਰਾ ਦਿੱਤਾ ਸੀ ਜਾਪਾਨੀ ਥੋੜੀ ਜਰਮਨ ਰੇਸ ਦਾ ਜੀ ਜੀ, ਕਿ ਜਿਹੜੀ ਜਰਮਨ ਨਸਲ ਹੈ ਇਹ ਸਭ ਤੋਂ ਉੱਤਮ ਨਸਲ ਹੈ। ਤੁਸੀਂ ਮੈਨੂੰ ਵੋਟਾਂ ਪਾਓ ਤੇ ਮੈਂ ਜਰਮਨ ਨਸਲ ਦੀ ਜਿਹੜੀ ਹੈਗੀ ਦੁਨੀਆ ਦੇ ਵਿੱਚ ਬੱਲੇ ਬੱਲੇ ਕਰਾ ਦੂੰਗਾ। ਲੋਕਾਂ ਨੇ ਉਹਨੂੰ ਵੋਟਾਂ ਪਾਈਆਂ, ਬਹੁਤ ਵੱਡੀ ਮੈਜੋਰਿਟੀ ਨਾਲ ਉਹ ਜਿੱਤ ਕੇ ਆਇਆ ਜੀ। ਤੇ ਬਾਅਦ ਦੇ ਵਿੱਚ ਉਹਨੇ ਕੀਤਾ ਕੀ ਸੀ ਕਿ ਜਿਹੜੇ ਦੂਜੇ ਧਰਮਾਂ ਦੇ ਲੋਕ ਸੀ, ਦੂਜੀਆਂ ਨਸਲਾਂ ਦੇ ਲੋਕ ਸੀ, ਉਹਨਾਂ ਨਸਲਾਂ ਦੇ ਲੋਕਾਂ ਨੂੰ ਵੱਡੇ ਪੱਧਰ ਦੇ ਉੱਤੇ ਫੜਿਆ ਜੀ, ਗ੍ਰਿਫਤਾਰ ਕੀਤਾ, ਉਹਨਾਂ ਨੂੰ ਡਿਟੈਂਸ਼ਨ ਸੈਂਟਰਾਂ 'ਚ ਭੇਜਿਆ। ਫਿਰ ਉਹਨਾਂ ਨੂੰ ਜਿਹੜੇ ਹੈਗੇ ਗੈਸ ਚੈਂਬਰਾਂ ਦੇ ਵਿੱਚ ਪਾ ਕੇ ਮਾਰਿਆ ਸੀ। ਕਿੱਡੀ ਪਾਪੂਲੈਰਿਟੀ ਸੀ ਤੇ ਅੱਜ ਹਾਲਤ ਕੀ ਹੈ? ਹਿਟਲਰ ਦੀ ਨਾਜ਼ੀ ਪਾਰਟੀ ਦਾ ਜੇ ਉੱਥੇ ਕੋਈ ਨਾਂ ਲੈ ਲੈਂਦਾ ਜਰਮਨ 'ਚ, ਜਰਮਨ ਦੇ ਲੋਕ ਉਹਨੂੰ ਨਫ਼ਰਤ ਕਰਦੇ ਆ, ਉਸ ਨਾਜ਼ੀ ਨਾਂ ਨੂੰ ਨਫ਼ਰਤ ਕਰਦੇ ਆ। ਜਿਵੇਂ ਸਾਡੇ ਇਹ BJP ਤੇ RSS ਹੈ, ਉਹ ਬਿਲਕੁਲ ਉਹੀ ਕਨਸਟੀਟਿਊਸ਼ਨ ਉਹੀ ਹੈ। ਐਮਰਜੈਂਸੀ ਲਾਈ ਕੋਈ ਨਹੀਂ। ਐਮਰਜੈਂਸੀ ਦੇ ਸੈਂਸਰਸ਼ਿਪ ਦੇ ਵਿੱਚ ਬਹੁਤ ਵਧੀਆ ਇਹਨਾਂ ਨੇ ਕਿਹਾ। ਇਹ ਜਿਹੜੀ ਸਵੀਡਨ ਦੀ ਜਿਹੜੀ ਸੰਸਥਾ ਹੈ ਜੀ, ਉਹ ਕਹਿੰਦੇ ਵੀ ਨਰਿੰਦਰ ਮੋਦੀ ਤੋਂ ਪਹਿਲੀਆਂ ਜਿਹੜੀਆਂ ਸਰਕਾਰਾਂ ਉਹਨਾਂ ਨੇ ਐਮਰਜੈਂਸੀ ਨਹੀਂ ਸੀ ਲਾਈ ਜੀ। ਉਹਨਾਂ ਨੇ ਐਮਰਜੈਂਸੀ ਲਾਏ ਤੋਂ ਬਗੈਰ ਸੈਂਸਰਸ਼ਿਪ ਨਹੀਂ ਸੀ ਲਾਈ ਸੀ। ਉਹਨਾਂ ਨੇ ਕਾਨੂੰਨਨ ਤੌਰ ਤੇ ਲਾਈ ਸੀ। ਹਾਂ, ਸੈਂਸਰਸ਼ਿਪ ਉਹਨਾਂ ਨੇ ਨਹੀਂ ਲਾਈ ਨਰਿੰਦਰ ਮੋਦੀ ਤੋਂ ਪਹਿਲੀਆਂ ਸਰਕਾਰਾਂ। ਲੇਕਿਨ ਨਰਿੰਦਰ ਮੋਦੀ ਦੀ ਸਰਕਾਰ ਨੇ ਕਿਸ ਕਿਸਮ ਦੀ ਸੈਂਸਰਸ਼ਿਪ ਲਾਈ ਹੋਈ ਹੈ ਮੀਡੀਆ ਤੇ? ਉਹਦਾ ਮੁਕਾਬਲਾ ਕੌਣ ਕਰਦਾ? ਕਹਿੰਦੇ ਜੀ ਉਹ ਪਾਕਿਸਤਾਨ ਦੇ ਬਰਾਬਰ ਹੈ। ਉਦੋਂ ਭੈੜੇ ਨੇ। ਜਿਹੜੀ ਪਾਕਿਸਤਾਨ 'ਚ ਅਸੀਂ ਕਹਿੰਦੇ ਨੇ ਵੀ ਉੱਥੇ ਡੈਮੋਕ੍ਰੇਸੀ ਨਾਂ ਦੀ ਚੀਜ਼ ਆ, ਆਰਮੀ ਦਾ ਕੰਟਰੋਲ ਆ ਸਾਰਾ। ਜਿੰਨੀ ਕੁ ਸੈਂਸਰਸ਼ਿਪ ਪਾਕਿਸਤਾਨ 'ਚ ਹੈ ਉਨੀ ਸਾਡੀ ਹੈ ਜੀ।
ਔਰ ਜੇ ਇਹਨੂੰ ਕੰਪੇਅਰ ਕਰਨਾ ਹੋਵੇ ਨੇਪਾਲ ਨਾਲ ਤੇ ਬੰਗਲਾਦੇਸ਼ ਨਾਲ, ਜੀ ਨੇਪਾਲ ਤੇ ਬੰਗਲਾਦੇਸ਼ ਨਾਲੋਂ ਵੀ ਸਾਡੀ ਹਾਲਤ ਮਾੜੀ ਹੈ, ਦੱਸੋ। ਮਾੜੀ ਹੈ ਇਸ ਮਾਮਲੇ 'ਚ। ਸਭ ਕਿੱਧਰ ਨੂੰ ਜਾ, ਹੈਰਾਨੀ ਦੀ ਗੱਲ। ਅਜੇ ਅਸੀਂ ਕਹਿੰਦੇ ਹਾਂ ਕਿ ਜਹਾਜ਼ਾਂ ਤੇ ਚੜੇ ਫਿਰਦੇ, ਜਹਾਜ਼ਾਂ ਤੇ ਚੜੇ ਵੀ ਫਿਰਦੇ। ਮੈਨੂੰ ਉਹ ਕਹਿਣ ਚਲੇ ਗਏ ਵੀ ਤੁਸੀਂ ਵੋਟਾਂ ਵੀ ਬੀਜੇਪੀ ਨੂੰ ਨਾ ਪਾਓ, ਜਿਹਨੂੰ ਮਰਜ਼ੀ ਪਾ ਦਿਓ। ਉਹ ਇਹ ਕਿਸੇ ਪਾਰਟੀ ਦੇ ਹੱਕ 'ਚ ਨਹੀਂ ਗਏ, ਉਹ ਬੀਜੇਪੀ ਦੇ ਖਿਲਾਫ ਗਏ। ਢਿੱਲੋਂ ਸਾਹਿਬ, ਮੈਨੂੰ ਲੱਗਦਾ ਕਿ ਇਹਨਾਂ ਨੇ ਨਾ ਟਾਰਗੇਟ ਕਰ ਲਿਆ ਭਾਰਤੀ ਏਜੰਸੀਆਂ ਨੇ ਕਿ ਪੰਜਾਬੀ ਮੁੰਡਿਆਂ ਦਾ ਬ੍ਰੇਨ ਵਾਸ਼ ਕਰਨਾ ਬਹੁਤ ਸੌਖਾ, ਭੜਕਾਉਣਾ ਬੜਾ ਸੌਖਾ, ਆਪਦਿਆਂ ਦੇ ਖਿਲਾਫ ਕਰਨਾ ਇਹਨਾਂ ਨੂੰ ਬਹੁਤ ਸੌਖਾ। ਆਹ ਵੇਖਦੇ ਹੀ ਆ ਫਿਰ ਉਹ ਜਿੱਥੇ ਜਿੱਥੇ ਦੇਖੋ ਗੱਲ ਇਹ ਕਿ ਆਪਾਂ ਇਹ ਗੱਲ ਕਹਿ ਦਿੰਦੇ ਹਾਂ ਕਿ ਉਹਨਾਂ ਨੇ ਖਰੀਦ ਲਿਆ, ਖਰੀਦੂ ਬੰਦਾ ਉਸੇ ਨੂੰ ਜੇ ਕੋਈ ਵਿਕਣ ਨੂੰ ਤਿਆਰ ਹੈ ਜੀ। ਤੇ ਉਧਰ ਕਿਹੜੇ ਨਿਹੰਗ ਮੁਖੀ ਦਾ ਕਤਲ ਦੀ ਯੋਜਨਾ ਬਣ ਗਈ ਸੀ ਜੀ? ਇਹ ਕੱਲ ਦਿੱਲੀ ਦਾ ਜਿਹੜੀ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਹੈ ਜੀ, ਅੱਛਾ ਜੀ। ਉਹਨੇ ਦੋ ਬੰਦਿਆਂ ਨੂੰ ਫੜਿਆ ਹੈ। ਇੱਕ ਹੈ ਮਲਕੀਤ ਸਿੰਘ ਉਰਫ ਜੁਝਾਰ ਸਿੰਘ, ਅੱਛਾ ਜੀ। ਤੇ ਦੂਸਰਾ ਹੈਗਾ ਭੁਪਿੰਦਰ ਸਿੰਘ। ਅੱਛਾ ਜੀ। ਇਹਨਾਂ ਬੰਦਿਆਂ ਦੀ ਇਤਲਾਹ ਉਹਨਾਂ ਨੂੰ ਪਹਿਲਾਂ ਸੀ ਕਿ ਮੱਧ ਪ੍ਰਦੇਸ਼ ਦੇ ਵਿੱਚ ਗਏ, ਤੇ ਮੱਧ ਪ੍ਰਦੇਸ਼ ਦੇ ਵਿੱਚ ਕਿਸੇ ਜੋਤੀ ਨਾਂ ਦੇ ਬੰਦੇ ਤੋਂ ਇਹਨਾਂ ਨੇ ਵੈਪਨ ਲਏ। ਅੱਛਾ ਜੀ। ਉਹ ਵੈਪਨ ਲੈ ਕੇ ਇਹ ਦਿੱਲੀ ਵਾਲੇ ਪਾਸੇ ਨੂੰ ਆ ਰਹੇ ਤੇ ਉਹਨਾਂ ਦਾ ਪੂਰਾ ਕੰਟਰੋਲ ਸੀ ਦਿੱਲੀ ਦੇ ਕਿਸੇ ਇੱਕ ਏਰੀਏ ਦੇ ਵਿੱਚ। ਉਹਨਾਂ ਨੇ ਇਹਨਾਂ ਨੂੰ ਘੇਰਾ ਪਾ ਕੇ ਫੜ ਲਿਆ। ਅੱਛਾ ਜੀ। ਇਹਨਾਂ ਕੋਲੋਂ 2 ਪਿਸਤੌਲ ਮਿਲੇ, ਦੋਨਾਂ ਦੇ ਕੋਲੋਂ 20 ਕਾਰਤੂਸ, ਅੱਛਾ। ਇੱਕ ਕੋਲੋਂ 16 ਕਾਰਤੂਸ ਤੇ ਇੱਕ ਕੋਲੋਂ 4 ਕਾਰਤੂਸ। ਇਹਨਾਂ ਦੀ ਜਦੋਂ ਉਹਨਾਂ ਨੇ ਪੁੱਛਗਿੱਛ ਕੀਤੀ ਤੇ ਪੁੱਛਗਿੱਛ ਦੇ ਵਿੱਚ ਬੜਾ ਕੁਝ ਨਿਕਲਿਆ ਜੀ। ਤੁਹਾਡੇ ਧਿਆਨ 'ਚ ਹੋਣਾ, ਮੇਰਾ ਖਿਆਲ ਹੈ ਵੀ ਇਹ ਗੱਲ 2010 ਦੇ ਲਾਗੇ ਚਾਗੇ ਦੀ ਹੈ ਜੀ, ਜਦੋਂ ਨਿਹੰਗਾਂ ਦਾ ਇੱਕ ਗਰੁੱਪ ਗਿਆ ਸੀ ਤੁਹਾਡੇ ਮਿਲਣ ਵਾਸਤੇ ਸੰਤਾ ਸਿੰਘ ਨੂੰ ਪਟਿਆਲੇ ਬਗੀਚੀ 'ਚ। ਉੱਥੇ ਲੜਾਈ ਹੋਈ ਹੈ। ਉੱਥੇ ਉਹਨਾਂ ਨੂੰ ਵੜ ਨਹੀਂ ਦਿੱਤਾ ਸੀ, ਉੱਥੇ ਲੜਾਈ ਹੋਈ ਸੀ। ਉਸ ਲੜਾਈ ਦੇ ਵਿੱਚ ਸੰਤਾ ਸਿੰਘ ਨਹੀਂ, ਬਲਵੀਰ ਸਿੰਘ ਨੂੰ, ਸੰਤਾ ਸਿੰਘ ਨੂੰ ਮਿਲਣ ਵਾਸਤੇ ਗਏ ਸੀ, ਉਦੋਂ ਸੰਤਾ ਸਿੰਘ ਸੀ। ਅੱਛਾ ਜੀ। ਜਿਹੜੀ ਉੱਥੇ ਲੜਾਈ ਹੋਈ ਸੀ, ਉਸ ਲੜਾਈ ਦੇ ਵਿੱਚ 4 ਬੰਦੇ ਮਾਰੇ ਗਏ ਸੀ ਜੀ। ਬਲਵੀਰ ਸਿੰਘ ਜਿਹੜਾ ਸੰਤਾ ਸਿੰਘ ਦਾ ਗੜਬਈ ਹੁੰਦਾ ਸੀ, ਉਹਦਾ ਬਾਪ, 2 ਉਹਦੇ ਭਰਾ ਤੇ 1 ਉਹਦਾ ਭਤੀਜਾ ਜੀ। 25 ਬੰਦਿਆਂ ਦੇ ਖਿਲਾਫ ਕੇਸ ਰਜਿਸਟਰ ਹੋਇਆ ਸੀ। 25 ਬੰਦਿਆਂ ਦੇ ਵਿੱਚ ਕਈ ਸਾਰਿਆਂ ਨੂੰ ਕੈਦ ਹੋ ਗਈ ਸੀ ਜੀ। ਕੁਝ ਇੱਕ ਬੰਦੇ ਮਰ ਵੀ ਗਏ। ਉਹ ਅਸਲ ਲੜਾਈ ਕੀ ਸੀਗੀ? ਲੜਾਈ ਇਹ ਸੀਗਾ ਕਿ ਸੰਤਾ ਸਿੰਘ ਦਾ ਵਾਰਸ ਕੌਣ ਹੋਵੇ। ਜਿਹੜੇ ਨਿਹੰਗਾਂ ਦੇ ਕਾਇਦੇ ਕਾਨੂੰਨ ਦੱਸਦੇ ਆ, ਜਿਹੜੇ ਉਸ ਵੇਲੇ ਨਿਹੰਗ ਦੱਸਦੇ ਸੀ, ਉਹ ਕਹਿੰਦੇ ਸੀ ਜਿਹੜਾ ਬੰਦਾ ਘੋੜਵਾਲ ਹੋਵੇ, ਘੋੜਿਆਂ ਦੀ ਜਿਹੜਾ ਬੰਦਾ ਸੇਵਾ ਸੰਭਾਲ ਕਰਦਾ ਹੋਵੇ, ਬੁੱਢਾ ਦਲ ਦਾ ਚੀਫ ਉਹ ਬਣਦਾ। ਤੇ ਘੋੜਿਆਂ ਦੀ ਸੇਵਾ ਸੰਭਾਲ ਬਾਬਾ ਸੁਰਜੀਤ ਸਿੰਘ ਕਰਦਾ ਸੀ ਜੀ। ਜਿਹੜਾ ਰਕਬਾ ਗਰੁੱਪ ਹੈ, ਜੋਗਿੰਦਰ ਸਿੰਘ ਰਕਬਾ ਵਗੈਰਾ ਉਹ ਸਾਰੇ ਕਹਿੰਦੇ ਸੀ ਜੀ ਇਹ ਬੰਦੇ ਦਾ ਹੱਕ ਹੈ ਤੇ ਤੁਸੀਂ ਇਹਨੂੰ ਬਣਾਇਆ, ਇਹਨੂੰ ਬਣਾਓ ਜੀ। ਬਲਵੀਰ ਸਿੰਘ ਜਿਹੜਾ ਨਿਹੰਗ ਬੁੱਢਾ ਦਲ ਦਾ ਮੁਖੀ ਸਥਾਪਿਆ ਹੋਇਆ, ਇਹਦੇ ਉੱਤੇ ਬਹੁਤ ਸਾਰੇ ਲੋਕਾਂ ਨੂੰ ਕਿੰਤੂ ਪ੍ਰੰਤੂ ਸੀ ਜੀ ਕਿ ਇਹ ਬੰਦਾ ਜਿਹੜਾ ਹੈਗਾ ਇਹ ਥੋੜਾ ਜਿਹਾ ਮਤਲਬ ਜਿਹੜਾ ਹੈਗਾ ਸਟੇਟ ਦੇ ਮੁਤਾਬਕ ਚੱਲਣ ਵਾਲੀ ਗੱਲ ਆ, ਉਹ ਇਹਦਾ ਵਿਰੋਧ ਕਰਦੇ ਸੀ। ਜਦੋਂ ਚਲੋ ਪਰਚਾ ਹੋ ਗਿਆ, ਉਸ ਪਰਚੇ ਦੇ ਵਿੱਚ ਇਹ ਜਿਹੜੇ ਹੈਗੇ ਆ ਤੁਹਾਡਾ ਮਲਕੀਤ ਸਿੰਘ ਜੀ, ਇਹ ਵੀ ਉਹਦੇ CFIR 'ਚ ਇਹ ਬਰੀ ਹੋ ਗਿਆ। ਬਰੀ ਹੋਣ ਤੋਂ ਬਾਅਦ ਫਿਰ ਇਹਦਾ ਬਾਪ, ਕਿਉਂਕਿ ਜਿਹੜਾ ਨਿਹੰਗਾਂ ਦਾ ਗੁਰਦੁਆਰਾ ਸਾਹਿਬ ਸੀ ਦਿੱਲੀ ਇੱਕ ਜੀ, ਉੱਥੇ ਦਾ ਬਾਪ ਹੁੰਦਾ ਸੀ ਗ੍ਰੰਥੀ। ਤੇ ਸੰਤਾ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਜੀ ਬਲਵੀਰ ਸਿੰਘ ਉਹ ਵੇਲੇ ਦੀ ਸਰਕਾਰ ਦੇ ਨਾਲ ਗਿੱਟਮਿਟ ਕਰਕੇ ਇਹ ਬਣ ਗਿਆ ਸੀ ਨਿਹੰਗਾਂ ਦਾ ਚੀਫ, ਬੁੱਢਾ ਦਲ ਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਾਨਤਾ ਦਿੱਤੀ। ਤਰਨਾ ਦਲ ਵਾਲਿਆਂ ਨਾਲ ਬੜਾ ਰੌਲਾ ਪਿਆ। ਹਾਂ ਆਪਣੇ ਗੋਲੀਆਂ ਵੀ ਚੱਲੀਆਂ ਸੀ। ਸਿੰਘ ਸਾਹਿਬਾਨਾਂ ਨੇ ਵੀ ਇਹਨੂੰ ਮਾਨਤਾ ਦਿੱਤੀ। ਸਾਰਿਆਂ ਨੇ ਦੇਤਾ ਵੱਡੇ ਨਾਲ। ਜਦੋਂ ਸਾਰਿਆਂ ਨੇ ਦੇਤਾ ਤੇ ਇਹਨੇ ਨਾਲ ਦੀ ਨਾਲ ਹੀ ਜਿਹੜੇ ਗੁਰਦੁਆਰੇ ਸੀ, ਉਹਨਾਂ ਗੁਰਦੁਆਰਿਆਂ ਦੇ ਵਿੱਚੋਂ ਇਹਨਾਂ ਦੇ ਕੰਟਰੋਲ ਵਾਲੇ ਗੁਰਦੁਆਰੇ ਸੀ, ਉਹਨਾਂ ਗੁਰਦੁਆਰਿਆਂ ਦੇ ਵਿੱਚੋਂ ਜਿਹੜੇ ਅਸਲੀ ਨਿਹੰਗ ਸੀ ਉਹਨਾਂ ਦਾ ਸ਼ਿਸ਼ਕਰਤਾ ਸੀ। ਮਲਕੀਤ ਸਿੰਘ ਦਾ ਬਾਪ ਹੈ ਜਿਹੜਾ, ਉਹਨੂੰ ਵੀ ਉੱਥੋਂ ਬਦਲਤਾ, ਉਹਦੀ ਜਗ੍ਹਾ ਤੇ ਹੋਰ ਲਾਤਾ। ਮਲਕੀਤ ਨੇ ਆਪਣੇ ਕੁਝ ਮਿੱਤਰਾਂ ਨਾਲ ਮਿਲ ਕੇ ਤੇ ਆਪਦੀ ਮਾਂ ਦੇ ਨਾਲ ਮਿਲ ਕੇ ਜਿਹੜਾ ਉਹਦੇ ਬਾਪ ਦੀ ਥਾਂ ਦੇ ਉੱਤੇ ਗ੍ਰੰਥੀ ਲਾਇਆ ਸੀ, ਉਹਨੂੰ ਕਿਡਨੈਪ ਕਰ ਲਿਆ ਤੇ ਉਹਨੂੰ ਕਤਲ ਕਰਤਾ। ਅੱਛਾ ਜੀ। ਉਹਨੂੰ ਕਤਲ ਕਰਨ ਤੋਂ ਬਾਅਦ ਫਿਰ ਉਹਨਾਂ ਨੂੰ ਹੋ ਗਈ ਦੋਨੇ ਮਾਮਾ ਪੁੱਤਾਂ ਨੂੰ ਕੈਦ। ਜਦੋਂ ਮਾਂ ਪੁੱਤ ਨੂੰ ਕੈਦ ਹੋ ਗਈ ਤੇ ਇਹ ਹੁਣ ਬੰਦਾ ਪੈਰੋਲ ਤੇ ਆਇਆ ਸੀ ਜੀ। ਪੈਰੋਲ ਦੇ ਉੱਤੇ ਆ ਕੇ ਦਿਮਾਗ ਦੇ ਵਿੱਚ ਬਸ ਇੱਕੋ ਗੱਲ ਰੜਕਦੀ ਹੈ ਕਿ ਇੱਕ ਤਾਂ ਜੀ ਨੇ ਮੇਰੇ ਤੇ ਗਵਾਹੀ ਭਰੀ, ਉਹ ਮਾਰਨਾ ਗਵਾਹ। ਅੱਛਾ ਜੀ। ਤੇ ਦੂਜਾ ਜਿਹੜਾ ਇਹ ਬਲਵੀਰ ਸਿੰਘ ਨਿਹੰਗ ਹੈ, ਇਹ ਨਹੀਂ ਛੱਡਣਾ, ਇਹਨੂੰ ਵੀ ਗੱਡੀ ਚਾੜਨਾ। ਇਸ ਮਾਮਲੇ ਦੇ ਉੱਤੇ ਲੱਗਿਆ ਸੀ। ਮੇਰੇ ਖਿਆਲ ਮੁਤਾਬਕ ਉਹਨਾਂ ਦੀ ਕੋਈ ਗੱਲਬਾਤ ਵਗੈਰਾ ਜਿਹੜੀ ਹੈਗੀ ਹੈ ਉਹ ਟਰੈਕ ਹੋ ਗਈ। ਉਹ ਟਰੈਕਿੰਗ ਦੇ ਆਧਾਰ ਦੇ ਉੱਤੇ ਇਹਨਾਂ ਨੇ ਸਾਰਾ ਕੁਝ ਕਰ ਲਿਆ। ਹੁਣ ਮੈਂ ਤੁਹਾਨੂੰ ਦੱਸਾਂ ਵੀ ਇਹ ਉਹੀ ਮਲਕੀਤ ਸਿੰਘ ਹੈ। ਇੱਕ ਵਾਰੀ ਬਲਵੀਰ ਸਿੰਘ ਤਲਵੰਡੀ ਸਾਬੋ ਤੋਂ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਿਹਾ ਸੀ। ਜੀ। ਤੁਹਾਡੇ ਯਾਦ ਹੈ ਭਾਗੀ ਬਾਂਦਰ ਪਿੰਡ ਕੋਲੇ ਉਹਦੇ ਤੇ ਅਟੈਕ ਹੋਇਆ ਸੀ। ਗੋਲੀ ਮਤਲਬ ਜਿਹੜੀ ਹੈਗੀ ਬੁਲਟ ਪ੍ਰੂਫ ਦੇ ਸ਼ੀਸ਼ੇ ਨੂੰ ਚੀਰ ਗਈ ਸੀ ਬਿਲਕੁਲ। ਉਹ ਜਿਹੜੇ ਗਰੁੱਪ ਨੇ ਅਟੈਕ ਕੀਤਾ ਸੀ ਮਲਕੀਤ ਸਿੰਘ ਉਹਦੇ ਵਿੱਚ ਵੀ ਸ਼ਾਮਲ ਸੀ। ਸੋ ਹੁਣ ਜਦੋਂ ਇਹ ਗੱਲ ਬੇਨਕਾਬ ਹੋ ਗਈ, ਦਿੱਲੀ ਪੁਲਿਸ ਨੇ ਤਾਂ ਕਹਿਤਾ ਜੀ ਅਸੀਂ ਸਾਜ਼ਿਸ਼ ਅਸਫਲ ਕਰਤੀ, ਲੇਕਿਨ ਪਟਿਆਲੇ ਦੀ ਪੁਲਿਸ ਦੇ ਵਿੱਚ ਹਲਚਲ ਬੜੀ ਹੋ ਗਈ। ਅੱਛਾ ਜੀ। ਉਹ ਕਹਿੰਦੇ ਵੀ ਇਹਦਾ ਮਤਲਬ ਹੈ ਕਿ ਜੀ ਬੰਦੇ ਅਜੇ ਵੀ ਐਕਟਿਵ ਹੈ,
ਇਹ ਕੋਈ ਨਾ ਕੋਈ ਸਿਕਿਉਰਿਟੀ ਤਾਂ ਤੁਹਾਨੂੰ ਪਤਾ ਬਲਵੀਰ ਸਿੰਘ ਕੋਲ ਕਿੰਨੀ ਹੈ, ਪੰਗਾ ਸਹੇੜ ਦੇਣਗੇ। ਹਾਂ, ਹਾਂ ਹਾਂ। ਸਿਕਿਉਰਿਟੀ ਉਹਦੇ ਕੋਲੇ ਸਰਕਾਰੀ ਸਿਕਿਉਰਿਟੀ ਵੀ ਹੈ ਤੇ ਆਪਦੀ ਵੀ ਹੈ। ਆਪਦੀ ਵੀ ਉਹਦੇ ਕੋਲੇ ਗੈਰ ਸਰਕਾਰੀ ਨਿੰਗਾ ਦੇ ਬਾਣੇ 'ਚ ਕਮਾਂਡੋ ਵੀ ਹੈਗੇ ਆ। ਨਿੰਗਾਂ ਦੇ ਬਾਣੇ ਦੇ ਵਿੱਚ ਕਮਾਂਡੋ ਰੱਖੇ ਹੋਏ ਆ ਪੱਕੇ ਉਹ ਤਾਂ ਨਾਲ ਚੱਲਦੀ ਹੈ ਜੀ, ਚੱਲਦੇ ਹੀ ਚੱਲਦੇ। ਹਾਂਜੀ 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 ਇਹ ਹੈ ਜੀ। ਇਹ ਹੈ। ਸੋ ਬਹੁਤ ਬਹੁਤ ਮਿਹਰਬਾਨੀ ਢਿੱਲੋਂ ਸਾਹਿਬ, ਧੰਨਵਾਦ। ਸੋ ਪ੍ਰੋਗਰਾਮ ਸ਼ਮਾਦਾਨ ਨੂੰ ਇੱਥੇ ਹੀ ਸਮਾਪਤ ਕਰਦੀ ਸਾਨੂੰ ਆਗਿਆ ਦਿਓ ਜੀ, ਧੰਨਵਾਦ। ਸੋ ਪ੍ਰੋਗਰਾਮ ਦੇ ਵਿੱਚ ਜੇਕਰ ਤੁਹਾਨੂੰ ਕੋਈ ਫੀਡਬੈਕ ਦੇਣਾ ਚਾਹੁੰਦੇ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਬਾਅਦ ਦਸਤੂਰ ਇਸੇ ਤਰ੍ਹਾਂ ਜਾਰੀ ਰਹਿਣਗੇ, ਰਿਪੀਟ ਪ੍ਰੋਗਰਾਮ ਸ਼ਮਾਦਾਨ।